उन्होंने तुहाडी बहुत तिखी आलोचना की। वो कहते जिहड़ा बंदा जिहड़ी बैकग्राउंड तो आया गा वो एनालिसिस उत्थे खड़ा हो के करदा। तुसीं रॉ दे अधिकारी हो, तुसीं किवें सच दस सकदे हो कि पंजाब दी मूवमेंट दा सच की सी, क्योंकि तुहानूं तां तुहाडा एक परसपैक्टिव आ चीज़ां नूं देखण दा, तुसीं उसे परसपैक्टिव नाल देखोगे। वो कहंदे तुसीं चीज़ां नूं कंटीन्यूटी च नहीं देखदे, घटनावां नूं तोड़ के देखदे हो। तुसीं कहने हो कि संतां नूं इंदिरा ने तैयार करता, ਉਹਦੇ ਪਿੱਛੇ ਤਾਂ ਇੱਕ ਪੂਰਾ ਮਾਹੌਲ ਹੈਗਾ ਜਿਹੜਾ ਵਰਤਾਰਾ ਹੌਲੀ ਹੌਲੀ ਡਿਵੈਲਪ ਹੋ ਰਿਹਾ ਸੀਗਾ, ਜਿਹੜਾ ਜਨਮ ਲੈ ਰਿਹਾ ਸੀ। ਤੁਸੀਂ ਕੰਟੀਨਿਊਟੀ 'ਚ ਨਹੀਂ ਦੇਖਦੇ। ਨੰਬਰ 2 ਕਿ ਤੁਸੀਂ ਦੋ ਕਰੈਕਟਰਾਂ ਨੂੰ ਫੋਕਸ ਕਰਤਾ, ਪੂਰੀ ਮੂਵਮੈਂਟ ਕਿੱਧਰ ਗਈ, ਪੂਰਾ ਮਾਹੌਲ ਕਿੱਧਰ ਗਿਆ। ਨੰਬਰ 3 ਕਿ ਇਹ ਵਰਤਾਰੇ ਦੇ ਪਿੱਛੇ ਘਟਨਾਵਾਂ ਨੇ। ਮੈਂ ਜਿਵੇਂ ਤੁਹਾਨੂੰ ਕਹਿਣਾ ਕਿ ਕਾਮਰੇਡ ਸਰਜੀਤ ਦਾ ਸਿੱਖ ਹੋਮਲੈਂਡ ਦੇਖਣਾ ਔਰ CPI ਨੇ ਆਜ਼ਾਦੀ ਦੇ ਟਾਈਮ ਇਹ ਲਾਈਨ ਨੂੰ ਟੋ ਕੀਤਾ, ਜਿਹੜੀ ਇਸਲਾਮ ਮੁਲਕ ਬਣਿਆ ਉੱਧਰੋਂ ਇੱਧਰਲੇ ਪਾਸੇ ਦੋ ਉਸਨੂੰ ਉਹ ਕੀਤਾ। ਔਰ ਉਸ ਤੋਂ ਬਾਅਦ 1946 'ਚ ਮਤਾ ਪੈਣਾ ਇਸ ਗੱਲ ਦਾ, ਖਾਲਿਸਤਾਨ ਦਾ ਮਤਾ ਪਿਆ। ਕਿਸੇ ਵੀ ਵਿਸ਼ਲੇਸ਼ਕ ਦੀ ਅਤੇ ਕਿਸੇ ਵੀ ਰਿਸਰਚਰ ਦੀ, ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਪੁੱਛਿਆ ਸੀ, ਪ੍ਰਾਇਮਰੀ ਡਾਟਾ ਅਤੇ ਸੈਕੰਡਰੀ ਡਾਟਾ। ਤੁਹਾਡੀ ਕਿਤਾਬ 'ਚ ਪ੍ਰਾਇਮਰੀ ਡਾਟਾ ਮਾਈਨਰ ਹੈ, ਬਹੁਤ ਥੋੜ੍ਹਾ ਹੈਗਾ, ਬਹੁਤ ਛੋਟਾ ਹਿੱਸਾ ਪ੍ਰਾਇਮਰੀ ਡਾਟੇ ਦਾ। ज़्यादातर डाटा तो हीयर से तो सैकंडरी डाटा का जिसे तुसी पूरी कहानी घट देंगे हो कि संत ते भिंडरां वालियां ते इंदिरा गांधी अंडरस्टैंडिंग। वो कहते तुहाडी समझ तुहानूं सीधा कहंदे सही है, तुहाडी समझ डैप्थ नहीं हैगी, क्योंकि कहंदे नहीं देखो सुनना, उन्होंने कहा कि तुहाडी समझ सही है, इसे करके तुसी फिनोमिने नूं नहीं समझ रहे। तुसी घटनावां ते बंदियां ते करैक्टरां ते जा रहे हो, कुछ घटनावां ते जा रहे हो। ਜਦੋਂ ਕਿ ਇੰਡੀਅਨ ਸਟੇਟ ਦਾ ਤਾਂ ਹਮੇਸ਼ਾ ਹੀ ਸਿੱਖਾਂ ਨਾਲ ਜਿਹੜਾ ਵਤੀਰਾ ਉਹ ਸੌਂਕਾ ਦੀ ਇਸ ਟਾਈਮ ਉਜਾਗਰ ਹੋ ਗਿਆ। ਇੰਡੀਅਨ ਸਟੇਟ ਐਕਸਪੋਜ਼ ਹੋ ਗਈ ਇੰਦਰਾ ਗਾਂਧੀ ਵਾਲੇ ਐਪੀਸੋਡ 'ਚ, ਬਲੂ ਸਟਾਰ ਵਾਲੇ ਐਪੀਸੋਡ 'ਚ। ਵਧੀਆ ਸੰਤਾਂ ਨੇ ਤਾਂ ਜਗਾਤਾ ਕਿ ਭਾਈ ਆਹ ਹੋ ਰਿਹਾ ਹੈਗਾ, ਆਹ ਦੇਖ ਲਓ, ਜਿਹੜੀਆਂ ਗੱਲਾਂ ਮੈਂ ਕਹਿੰਦਾ ਸੀ ਉਹੀ ਹੋ ਰਹੀਆਂ ਨੇ। ਉਹ ਕਹਿੰਦੇ ਉਦੋਂ ਕਿਉਂ, ਹੁਣ ਤਾਂ ਨੰਗੇ ਚਿੱਟੇ ਰੂਪ 'ਚ ਇੰਡੀਅਨ ਸਟੇਟ ਦੇ ਲੀਡਰ ਕਹਿੰਦੇ ਨੇ ਕਿ ਹਿੰਦੂ ਰਾਸ਼ਟਰ ਬਣਾਉਣਾ। ਉਹ ਕਹਿੰਦੇ ਸੰਤਾਂ ਵਰਗੀ ਸ਼ਖਸ ਜਿਨ੍ਹਾਂ ਕੋਲ ਪੈਸਿਆਂ ਦੇ ਬਾਹਰ ਅਮੀਰ ਸਿੱਖ ਨੇ ਜਿਹੜੇ ਦੁਨੀਆ ਦੇ, ਉਹਨਾਂ ਦੇ ਪੈਰਾਂ 'ਚ ਆ ਕੇ ਬੈਠ ਰਹੇ ਨੇ, ਉਹਨਾਂ ਨੂੰ ਕੋਈ ਘਾਟ ਹੀ ਨਹੀਂ ਕਿਸੇ ਚੀਜ਼ ਦੀ। ਉਹ ਕਿਉਂ ਕੋਈ ਇੰਦਰਾ ਤੋਂ, ਉਹਨਾਂ ਨੇ ਕੀ ਲੈਣਾ ਇੰਦਰਾ ਤੋਂ? ਇੰਦਰਾ ਤੋਂ ਉਹਨਾਂ ਨੇ ਲੈਣਾ ਕੀ ਸੀ? ਕੋਈ ਪੈਸਾ ਲੈਣਾ ਸੀ। ਔਰ ਇੰਟਰਵਿਊਆਂ ਲਈਆਂ, ਕਹਿੰਦੇ ਇੰਨੀ ਹਲਕੀ ਗੱਲ ਤੁਸੀਂ ਕੀਤੀ ਕਿ ਇੰਟਰਵਿਊ ਲਈ ਸਭ ਤੋਂ ਹਲਕੀ ਗੱਲ ਉਹਨਾਂ ਨੇ ਤੁਹਾਡੀ ਕਿਹਾ ਹੈ। ਅਜਮੇਰ ਸਿੰਘ ਹੋਰੀ ਇਹ ਵੀ ਕਹਿੰਦੇ ਨੇ ਕਿ ਤੁਸੀਂ ਤਾਂ ਸਵਰਨ ਸਿੰਘ ਜਿਹੜੇ 23 ਸਾਲ ਵਜ਼ਾਰਤ 'ਚ ਰਹੇ, ਉਹਨਾਂ ਦੇ ਜਵਾਈ ਹੋਗੇ, ਤੁਹਾਡੇ ਸਹੁਰਾ ਸਾਹਿਬ ਨੇ, ਉਹ ਤੁਹਾਡੇ 'ਤੇ ਉਹਨਾਂ ਦਾ ਪ੍ਰਭਾਵ ਆ। ਤੁਸੀਂ ਤਾਂ ਉਨੇ ਕੁ ਦਾਇਰੇ 'ਚ ਹੀ ਸੋਚ ਸਕਦੇ ਹੋ। ਤੁਸੀਂ ਕਿਉਂ ਦੂਜੀ ਤਰ੍ਹਾਂ ਸੋਚੋਗੇ? ਤੁਸੀਂ ਤਾਂ ਉਵੇਂ ਸੋਚੋਗੇ। ਰਾਸ਼ਟਰਵਾਦੀ ਹੋਣਾ, ਇੱਕ ਆਪਣੇ ਮੁਲਕ ਦੇ ਬਾਰੇ ਪ੍ਰੇਮ ਕਰਨਾ, ਇਹ ਤਾਂ ਬੇਸਿਕ ਚੀਜ਼ ਹੈ ਨਾ, ਜਿਹੜਾ ਕਿ ਇੰਟੈਲੀਜੈਂਸ ਏਜੰਸੀ 'ਚ ਜਾਂ ਹਰ ਆਦਮੀ 'ਚ ਹੋਣਾ ਚਾਹੀਦਾ। ਤੁਸੀਂ ਆਪਣੇ ਦੇਸ਼ ਦਰੋਹੀ ਨਹੀਂ ਹੋ ਸਕਦੇ। ਰਾਸ਼ਟਰਵਾਦੀ ਦਾ ਉਲਟ ਦੇਸ਼ ਦਰੋਹੀ ਹੋ ਸਕਦਾ ਨਾ। ਤੇ ਦੇਸ਼ ਦਰੋਹੀ ਹੋ ਕੇ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਵੀ ਸਿੱਖ ਇੱਕ ਦੇਸ਼ ਨੂੰ ਐਕਸੈਪਟ ਕਰ ਲੇ ਆਪਣਾ ਘਰ, ਉਹ ਦੇਸ਼ ਦਰੋਹੀ ਹੋ ਸਕਦਾ। ਹੁਣ ਤਾਂ ਨੰਗੇ ਚਿੱਟੇ ਰੂਪ 'ਚ ਕਹਿੰਦੇ ਹਿੰਦੂ ਰਾਸ਼ਟਰ ਦੀ ਗੱਲ ਹੋ ਰਹੀ ਹੈ। ਅਸਿਮੀਲੇਸ਼ਨ ਆਫ ਸਿੱਖਸ, ਕਿ ਸਿੱਖਾਂ ਨੂੰ ਇੰਡੀਅਨ ਸਟੇਟ ਅਸਿਮੀਲੇਟ ਕਰਨਾ ਚਾਹੁੰਦੀ ਹੈ। ਜਿਵੇਂ ਕਹਿੰਦੇ ਤੁਸੀਂ ਵੀ ਸਾਰਾ ਜ਼ੋਰ ਇਹ ਲਾ ਦਿੰਦੇ ਹੋ ਵੀ ਜਿਵੇਂ ਹਿੰਦੂਆਂ ਨਾਲ ਅਸੀਂ ਕੋਈ ਗੜਬੜ ਕਰਤੀ, ਸਿੱਖਾਂ ਨੇ ਗੜਬੜ ਕਰਤੀ, ਜਿਵੇਂ ਜਦੋਂ ਕਿ ਵਿਕਟਮ ਉਹ ਕਹਿੰਦੇ ਸਿੱਖ ਨੇ, ਅਤੇ ਤੁਸੀਂ ਉੱਥੇ ਉਹ ਜਿਹੜਾ ਹੈਗਾ, ਤੁਸੀਂ ਹੁਣ ਤਾਂ ਨੰਗੇ ਚਿੱਟੇ ਰੂਪ 'ਚ ਗੱਲਾਂ ਆ ਰਹੀਆਂ ਨੇ ਕਿ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ। ਉਹ ਕਹਿੰਦੇ ਪ੍ਰੋਜੈਕਟ ਉਹ ਸੀਗਾ, ਉਹ ਗੱਲ ਉਹ ਤੁਸੀਂ ਸਾਰੀ ਇਗਨੋਰ ਕਰ ਜਾਂਦੇ। ਤੁਹਾਡੀ ਕਿਤਾਬ ਪੜ੍ਹੀ ਵੀ ਬਹੁਤ ਜਾ ਰਹੀ ਹੈ ਅਤੇ ਇਹਦੀ ਆਲੋਚਨਾ ਵੀ ਹੋ ਰਹੀ ਹੈ। ਪੰਜਾਬ ਦੇ ਅੰਦਰ ਇੱਕ ਵਿਦਵਾਨ ਨੇ ਅਜਮੇਰ ਸਿੰਘ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ। ਪਹਿਲੀ ਕਿਤਾਬ ਆਈ ਉਹਨਾਂ ਦੀ 20ਵੀਂ ਸਦੀ ਦੀ ਸਿੱਖ ਰਾਜਨੀਤੀ, ਗਦਰੀ ਬਾਬਿਆਂ ਦਾ ਸੱਚ, ਸਿੱਖਾਂ ਦੀ ਸਿਧਾਂਤਕ ਘੇਰੇਬੰਦੀ, ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ। ਉਹਨਾਂ ਨੇ ਤੁਹਾਡੀ ਬਹੁਤ ਤਿੱਖੀ ਆਲੋਚਨਾ ਕੀਤੀ ਹੈ। ਉਹ ਕਹਿੰਦੇ ਜਿਹੜਾ ਬੰਦਾ ਜਿਹੜੀ ਬੈਕਗਰਾਊਂਡ ਤੋਂ ਆਇਆ ਹੈਗਾ ਉਹ ਐਨਾਲਿਸਿਸ ਉੱਥੇ ਖੜਾ ਹੋ ਕੇ ਕਰਦਾ। ਤੁਸੀਂ ਰॉ ਦੇ ਅਧਿਕਾਰੀ ਹੋ, ਤੁਸੀਂ ਕਿਵੇਂ ਸੱਚ ਦੱਸ ਸਕਦੇ ਹੋ ਕਿ ਪੰਜਾਬ ਦੀ ਮੂਵਮੈਂਟ ਦਾ ਸੱਚ ਕੀ ਸੀ? ਕਿਉਂਕਿ ਤੁਹਾਨੂੰ ਤਾਂ ਤੁਹਾਡਾ ਇੱਕ ਪਰਸਪੈਕਟਿਵ ਆ ਚੀਜ਼ਾਂ ਨੂੰ ਦੇਖਣ ਦਾ, ਤੁਸੀਂ ਉਸੇ ਪਰਸਪੈਕਟਿਵ ਨਾਲ ਦੇਖੋਗੇ। ਤੁਸੀਂ ਤਾਂ ਸਬਜੈਕਟਿਵਲੀ ਉਵੇਂ ਜਾਓਗੇ ਹੀ ਨਹੀਂ ਜਿਵੇਂ ਕੋਈ ਆਮ ਰਿਸਰਚਰ ਜਾਏਗਾ, ਜਿਵੇਂ ਕੋਈ ਆਮ ਬੰਦਾ ਜਾਏਗਾ।
ਐਕਚੁਅਲੀ ਦੇਖੋ ਮੈਨੂੰ ਜਸਟ ਬਾਈ ਚਾਂਸ ਕਿਸੇ ਨੇ ਇਹ YouTube ਦੀ ਮੈਨੂੰ ਵੀ ਭੇਜੀ ਕੱਲ੍ਹ ਸ਼ਾਮ ਨੂੰ, ਤੇ ਅੱਜ ਮੈਂ ਸਵੇਰੇ ਉੱਠ ਕੇ ਸਾਰੀ ਸੁਣੀ, ਕੋਈ ਘੰਟਾ ਡੇਢ ਘੰਟਾ ਦੀ ਹੈ ਸਾਰੀ ਗੱਲਬਾਤ। ਤੇ ਉਹ ਜਿਹੜੀ ਚੀਜ਼ ਹੈ ਨਾ, ਮੈਂ ਇੱਕ ਛੋਟੇ ਜਿਹੇ ਪੁਆਇੰਟ ਲਿਖੇ ਨੇ। ਮੈਂ ਇਹਨਾਂ ਦੇ ਪਹਿਲਾਂ ਵੀ ਬਹੁਤ ਸੁਣੇ ਹਨ, ਕੁਝ ਜ਼ਿਆਦਾ ਤਵੱਜੋ ਨਹੀਂ ਦਿੱਤੀ, ਪਰ ਜਿਹੜਾ ਇਸ ਇਕੱਲਾ ਜਿਹੜਾ ਹੈਗਾ ਨਾ ਇਹ ਪੂਰਾ TV ਦਾ, ਇਹਦੇ 'ਚ ਇਹਨਾਂ ਨੇ ਬਹੁਤ ਵੈਸੇ ਸੁਲਝੇ ਹੋਏ ਬੰਦੇ ਲੱਗਦੇ ਨੇ, ਬੜਾ ਸੌਫਟਲੀ ਬੋਲਦੇ ਨੇ, ਔਰ ਆਪਣਾ ਜਿਹੜਾ ਵਿਊ ਪੁਆਇੰਟ ਹੈ ਨਾ ਬਹੁਤ ਅੱਛੀ ਤਰ੍ਹਾਂ ਕਨਵਿੰਸਿੰਗਲੀ ਪ੍ਰੋਜੈਕਟ ਕਰਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਇਹ ਕਈ ਚੀਜ਼ਾਂ ਨੂੰ ਕਨਵੀਨੀਐਂਟਲੀ ਪਿੱਛੇ ਛੱਡ ਜਾਂਦੇ ਨੇ ਤਾਂ ਕਿ ਆਪਣਾ ਵਿਊ ਪੁਆਇੰਟ ਲੋਕਾਂ ਨੂੰ ਸਮਝਾ ਸਕਣ। ਹੋ ਸਕਦਾ ਕਿ ਇਗਨੋਰੈਂਟ ਲੋਕ ਜਿਹਨਾਂ ਨੂੰ ਨਾ ਪਤਾ ਹੋਵੇ ਉਹ ਇਸ 'ਤੇ ਐਗਰੀ ਕਰ ਜਾਣ। ਮੈਂ ਇਹ ਤੋਂ ਪਹਿਲਾਂ ਕਿ ਇਹਨਾਂ ਦੀ ਕੱਲ੍ਹ ਦੀ ਇੰਟਰਵਿਊ ਲਵਾਂ, ਮੈਨੂੰ ਤਾਂ ਇਹੀ ਪਹਿਲਾਂ ਤਾਂ ਚੀਜ਼ ਇਹ ਹੈ ਕਿ ਇਹਨਾਂ ਨੇ 2-3 ਚੀਜ਼ਾਂ ਕੱਲ੍ਹ ਕਹੀਆਂ ਨੇ। ਪਹਿਲਾਂ ਪੁਆਇੰਟ ਟੂ ਪੁਆਇੰਟ ਆਈਏ। ਪਹਿਲਾਂ ਜਿਹੜਾ ਪਹਿਲਾਂ ਉਹ ਗੱਲ ਕਰਦੇ ਨੇ ਕਿ ਮੈਂ ਆ ਜਾਣਾ ਸਿੱਧੇ ਤੌਰ ਤੇ। ਪਹਿਲਾਂ ਉਹ ਕਹਿੰਦੇ ਨੇ ਕਿ ਤੁਸੀਂ ਚੀਜ਼ਾਂ ਨੂੰ ਕੰਟੀਨਿਊਟੀ 'ਚ ਨਹੀਂ ਦੇਖਦੇ, ਤੁਸੀਂ ਘਟਨਾਵਾਂ ਨੂੰ ਤੋੜ ਕੇ ਦੇਖਦੇ ਹੋ। ਉਹ ਜਿਵੇਂ ਕਹਿੰਦੇ ਕਿ ਮੁਰਗੀ ਦਾ ਆਂਡਾ ਤੇ ਹੀਟ ਕਿੰਨੀ ਇੰਪੋਰਟੈਂਟ ਆ ਨਾ, ਉਹਨਾਂ ਨੇ ਬਕਾਇਦਾ ਉਦਾਹਰਨ ਵੀ ਦਿੱਤੀ। ਉਹ ਕਹਿੰਦੇ ਤੁਸੀਂ ਚੀਜ਼ਾਂ ਨੂੰ ਕੰਟੀਨਿਊਟੀ 'ਚ ਨਹੀਂ ਦੇਖਦੇ, ਘਟਨਾਵਾਂ ਨੂੰ ਤੋੜ ਕੇ ਦੇਖਦੇ ਹੋ। ਤੁਸੀਂ ਕਹਿੰਦੇ ਹੋ ਕਿ ਸੰਤਾਂ ਨੂੰ ਇੰਦਰਾ ਨੇ ਤਿਆਰ ਕਰਤਾ, ਉਹਦੇ ਪਿੱਛੇ ਤਾਂ ਇੱਕ ਪੂਰਾ ਮਾਹੌਲ ਹੈਗਾ ਜਿਹੜਾ ਵਰਤਾਰਾ ਹੌਲੀ ਹੌਲੀ ਡਿਵੈਲਪ ਹੋ ਰਿਹਾ ਸੀਗਾ, ਜਿਹੜਾ ਜਨਮ ਲੈ ਰਿਹਾ ਸੀ। ਉਹ ਕਹਿੰਦੇ ਘਟਨਾਵਾਂ ਕਦੇ ਐਂ ਜਨਮ ਨਹੀਂ ਲੈਂਦੀਆਂ, ਤੁਹਾਨੂੰ ਹਿਸਟਰੀ, ਤੁਹਾਨੂੰ ਪਰਸਪੈਕਟਿਵ ਨਹੀਂ ਪਤਾ, ਤੁਹਾਨੂੰ ਰਿਸਰਚ ਦੀਆਂ ਜਾਂ ਤੁਹਾਨੂੰ ਐਨਾਲਿਸਿਸ ਦੀਆਂ ਬੇਸਿਕ ਚੀਜ਼ਾਂ ਨਹੀਂ ਪਤਾ ਕਿ ਇਹ ਸਾਰੀਆਂ ਚੀਜ਼ਾਂ 1946, ਚਲੋ ਮੈਂ ਚਲਾ ਜਾਣਾ ਪਿੱਛੇ, 1940 ਦੇ ਲਗਭਗ ਜਦੋਂ ਆਜ਼ਾਦੀ ਤੋਂ ਪਹਿਲਾਂ ਕਾਮਰੇਡ ਸਰਜੀਤ ਸਿੱਖ ਹੋਮਲੈਂਡ ਦਾ ਡਾਕੂਮੈਂਟ ਲਿਖਦੇ ਨੇ, ਤੁਹਾਨੂੰ ਪਤਾ ਹੋਊ ਸ਼ਾਇਦ। 1946 'ਚ ਖਾਲਿਸਤਾਨ ਦਾ ਮਤਾ ਪੈਂਦਾ ਹੈਗਾ। ਗੱਲਾਂ ਬਾਤਾਂ ਇਹ ਪਹਿਲਾਂ ਵੀ ਚੱਲਦੀਆਂ ਰਹੀਆਂ ਨੇ ਸਿੱਖਾਂ ਦੇ ਅੰਦਰ। ਜਦੋਂ ਮਾਸਟਰ ਤਾਰਾ ਸਿੰਘ ਦੀ ਸਾਰੀ ਉਹ ਗੱਲ ਹੋ ਰਹੀ ਹੈ, ਉਦੋਂ ਵੀ ਸਿੱਖਾਂ 'ਚ ਸਾਰੀਆਂ ਉਹੀ ਗੱਲਾਂ ਨਾਲ ਜੋੜਦੇ ਨੇ ਕਿ ਤੁਸੀਂ ਉਹ ਸਾਰੀਆਂ ਤੋੜ ਦਿੰਦੇ ਹੋ ਪਰਸਪੈਕਟਿਵ, ਤੁਸੀਂ ਸੰਤਾਂ ਨੂੰ ਇੱਕ ਵਿਅਕਤੀ ਦੇ ਤੌਰ ਤੇ ਪੇਸ਼ ਕਰ ਦਿੰਦੇ ਹੋ। ਬਾਕੀ ਤਾਂ ਮੈਂ ਪਹਿਲਾਂ ਤੁਹਾਡੇ ਨਾਲ ਕੇਂਦਰਾ ਇੱਕ ਤੁਹਾਨੂੰ ਉਹਨਾਂ ਨੂੰ ਤਾਂ ਫੋਟੋ ਬਾਰੇ ਬਹੁਤ ਇਤਰਾਜ਼ ਆ ਜਿਹੜੀ ਤੁਸੀਂ ਛਾਪੀ ਹੈਗੀ। ਨਹੀਂ, ਉਹ ਤਾਂ ਚਲੋ ਛੱਡੋ, ਉਹਦਾ ਕੀ ਇਤਰਾਜ਼ ਕੀ ਹੋਣਾ। ਮੈਂ ਤਾਂ ਦੋਨੇ ਚੀਜ਼ਾਂ ਇਕੱਠੀਆਂ ਸੀ, ਜੇ ਮੈਂ ਕਹਿ ਸਕਦਾ ਤਾਂ ਫੋਟੋ ਵੀ ਛਪਣੀ ਚਾਹੀਦੀ ਹੈ। ਬਾਕੀ ਜਿਹੜੀ ਮੇਰੀ ਜਿੱਥੋਂ ਤੱਕ ਇਹ ਕਿਤਾਬ ਦੀ ਖਾਲਿਸਤਾਨ ਕੌਨਸਪੀਰੇਸੀ ਹੈ, ਉਹ ਆਪਾਂ ਹਰ ਵਾਰੀ ਮੈਂ ਕਹਿ ਚੁੱਕਿਆ, ਜੋ ਕੁਝ ਕਰਨਾ ਸੀ ਉੱਥੇ ਮੈਂ ਬੋਲ ਚੁੱਕਿਆ। ਪਰ ਪਹਿਲੀ ਚੀਜ਼ ਤਾਂ ਇਹ ਹੈ ਕਿ ਇਹਨਾਂ ਦੀ ਕ੍ਰੈਡੀਬਿਲਿਟੀ ਕਿੰਨੀ ਹੈ। ਪਹਿਲਾਂ ਤਾਂ ਕ੍ਰੈਡੀਬਿਲਿਟੀ ਸ਼ੁਰੂ ਹੀ ਕਰਦੇ ਨੇ ਇਸ ਕਿ ਸਿੱਕਿਮ ਦੇ ਓਪਰੇਸ਼ਨ ਦੇ ਬਾਰੇ ਮੇਰੀ ਕਿਤਾਬ ਤੋਂ ਸ਼ੁਰੂ ਕਰਦੇ ਨੇ, ਔਰ ਇਹ ਕਹਿ ਰਹੇ ਨੇ ਕਿ ਸਿੱਕਿਮ ਜਿਵੇਂ ਭੂਟਾਨ ਦੀ ਤਰ੍ਹਾਂ ਇੰਡੀਪੈਂਡੈਂਟ, ਮੈਂ ਪੁਆਇੰਟ ਲਿਖ ਲਏ ਸਵੇਰੇ ਉੱਠ ਕੇ ਲਿਖੇ ਕੇ ਕਰਕੇ, ਔਰ ਇੰਡੀਪੈਂਡੈਂਟ ਕੰਟਰੀ ਸੀ, ਔਰ ਇੰਡੀਆ ਇੱਕ RNAW ਵਗੈਰਾ ਨੇ ਇੰਡੀਆ ਨੇ ਜ਼ਬਰਦਸਤੀ ਨਾਲ ਮਿਲਾ ਲਿਆ। ਆਹ ਜਿਹੜੀ ਕਿਤਾਬ ਮੈਂ ਸਾਰਾ ਕੁਝ ਸ਼ਾਇਦ ਉਹਨਾਂ ਨੇ ਪੜ੍ਹੀ ਜ਼ਰੂਰ ਹੋਏਗੀ, ਨਹੀਂ ਤਾਂ ਕਹਿਣਾ ਨਹੀਂ ਸੀਗਾ, ਪਰ ਇਹਨਾਂ ਨੇ ਕਈ ਚੀਜ਼ਾਂ ਛੱਡ ਦਿੱਤੀਆਂ। ਸਾਰਿਆਂ ਨਾਲੋਂ ਪਹਿਲੀ ਤਾਂ ਚੀਜ਼ ਹੈ ਕਿ ਭੂਟਾਨ ਜਿਹੜਾ ਹੈ ਉਹ ਇੰਡੀਪੈਂਡੈਂਟ ਕੰਟਰੀ ਸੀ, ਔਰ ਸਿੱਕਿਮ ਜਿਹੜਾ ਹੈ ਜਦੋਂ ਇੰਡੀਆ ਇੰਡੀਪੈਂਡੈਂਟ ਹੋਇਆ 1947 ਦੇ ਵਿੱਚ, ਉਹ 566 ਸਟੇਟ ਸੀ ਜਿਹੜੀਆਂ ਇੰਡੀਆ ਦੇ ਕੋਲ ਆਈਆਂ, ਕੁਝ 36 34 35 ਪਾਕਿਸਤਾਨ ਚਲੀ ਗਈਆਂ। ਇਹ 566 ਦੀ 66 ਇਨਕਲੂਡਿੰਗ ਸਿੱਕਿਮ, ਭੂਟਾਨ ਨਹੀਂ ਹੈ। ਭੂਟਾਨ ਇਹ ਜਿਹੜੀ ਇਹ ਸਾਰੀਆਂ ਸਟੇਟ ਚੈਂਬਰ ਆਫ ਪ੍ਰਿੰਸਿਸ ਦੀਆਂ ਮੈਂਬਰ ਸੀਗੀਆਂ 1942 ਜਿਹੜਾ ਬਣਿਆ 1922 'ਚ। ਇਹ ਸਾਰੀਆਂ ਸਟੇਟ ਇਨਕਲੂਡਿੰਗ ਸਿੱਕਿਮ ਕੰਸਟੀਚੁਐਂਟ ਅਸੈਂਬਲੀ ਦੀ ਮੈਂਬਰ ਸੀਗੀਆਂ। ਔਰ ਨਹਿਰੂ ਨੇ ਕੰਸਟੀਚੂਐਂਟ ਅਸੈਂਬਲੀ ਦੇ ਸਪੀਚ ਦਿੰਦੇ ਕਿਹਾ, ਆਲਦੋ ਭੂਟਾਨ ਇਜ਼ ਐਨ ਇੰਡੀਪੈਂਡੈਂਟ ਕੰਟਰੀ ਬਟ ਸਿੱਕਿਮ ਇਜ਼ ਅ ਪਾਰਟ ਆਫ ਇੰਡੀਆ, ਇੰਡੀਅਨ ਸਟੇਟ ਬਟ ਸਲਾਈਟਲੀ ਡਿਫਰੈਂਟ ਫਰੋਮ ਅਦਰ ਸਟੇਟਸ। ਔਰ ਇਹ ਜਿਹੜੀਆਂ ਚੀਜ਼ਾਂ ਤੋਂ ਬਾਅਦ ਆਪਸ 'ਚ ਥੋੜ੍ਹੇ ਮੁਖਤਲਿਫ ਦੋਨੇ ਜੋ ਉਸ ਵੇਲੇ ਜਿਹੜੇ ਸੀਗੇ ਪਟੇਲ ਸਾਹਿਬ ਹੈ ਨਾ, ਸਰਦਾਰ ਪਟੇਲ ਔਰ ਨਹਿਰੂ 'ਚ ਥੋੜ੍ਹੇ ਡਿਫਰੈਂਸਿਸ ਹੋਏ। ਪਟੇਲ ਨੇ ਕਿਹਾ ਕਿ ਭਾਈ ਸਿੱਕਿਮ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਦੇਣ ਦੀ ਲੋੜ ਨਹੀਂ, ਜਿਵੇਂ ਬਾਕੀ ਸਟੇਟ ਨੇ, ਹਰ ਸਟੇਟ ਨਾਲ ਸਾਡਾ ਐਗਰੀਮੈਂਟ ਹੈ, ਔਰ ਉਹਨਾਂ ਨੇ ਇੰਸਟਰੂਮੈਂਟ ਫਿਕਸੇਸ਼ਨ ਕੀਤਾ ਤਾਂ ਇਹਦਾ ਵੀ ਖਤਮ ਕਰੋ। ਨਹਿਰੂ ਨੇ ਕਿਹਾ ਥੋੜ੍ਹਾ ਅਲੱਗ ਕਰੈਕਟਰਿਸਟਿਕਸ ਨੇ, ਔਰ ਏਸ਼ੀਆ ਵਿਜ਼ਨ ਸਾਡਾ, ਚਾਈਨਾ ਨਾਰਾਜ਼ ਨਹੀਂ ਹੋ ਜਾਏਗਾ, ਇਸ ਕਰਕੇ ਇਹਨੂੰ ਅਲੱਗ ਕਰ ਦਿਓ। ਔਰ ਇਸ ਤੋਂ ਬਾਅਦ ਸਿੱਕਿਮ ਅਤੇ ਭੂਟਾਨ ਦਾ ਡੈਲੀਗੇਸ਼ਨ VP ਮੈਨਨ ਨੂੰ ਮਿਲਦਾ ਹੈ। VP ਮੈਨਨ ਇੱਕ ਤਰ੍ਹਾਂ ਦੇ ਉਸ ਤਰ੍ਹਾਂ ਦੇ ਹੋਮ ਸੈਕਟਰੀ ਸੀ, ਔਰ ਸਰਦਾਰ ਪਟੇਲ ਜਿਹੜੇ ਸੀ ਹੋਮ ਮਿਨਿਸਟਰ ਦੇ ਬਰਾਬਰ ਸੀਗੇ। ਇੱਕ ਪ੍ਰੋਵੀਜ਼ਨਲ ਗਵਰਨਮੈਂਟ ਬਣ ਜਾਂਦੀ ਹੈ 1947 ਦੀ ਆਜ਼ਾਦੀ ਤੋਂ ਪਹਿਲਾਂ, ਅਤੇ ਉਹਨੂੰ ਮਿਲਦੇ ਨੇ ਜਾ ਕੇ, ਕਿਉਂਕਿ ਸਰਦਾਰ ਪਟੇਲ ਨੇ ਕਹਿਤਾ ਸੀ VP ਮੈਨਨ ਨੇ, ਭਾਈ ਸਿੱਕਿਮ ਨੂੰ ਅਲੱਗ ਕਰਨਾ। ਸਿੱਕਿਮ ਦਾ ਡੈਲੀਗੇਸ਼ਨ ਜਿਹੜਾ ਸੀ ਉਸ ਵੇਲੇ, ਜਿਹੜਾ ਚੋਗਿਆਲ ਸੀ, ਰਾਜਕੁਮਾਰ ਸੀ ਉਸ ਵੇਲੇ, ਔਰ ਭੂਟਾਨ ਦਾ ਇੱਕ ਦੋਰਜੀ ਸੀ ਰਿਪਰੈਜ਼ੈਂਟੇਟਿਵ, ਦੋਨੇ ਮਿਲੇ। ਇਹਨਾਂ ਦਾ ਵਕੀਲ ਰੂਪ ਨਰੈਣ ਨੇ ਪਹਿਲੇ ਹੀ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਿੱਕਿਮ ਇੰਡੀਆ ਦੀ ਸਟੇਟ ਹੈ,
ਉਹਦੇ 'ਚ ਲਿਖਿਆ, ਮੈਂ ਕੋਟ ਕੀਤਾ, ਵੀਪੀ ਮੈਨਨ ਨੇ ਵੀ ਲਿਖਿਆ। ਪਰ ਬਾਕੀਆਂ ਨਾਲੋਂ ਸਾਡਾ ਆਇਡੈਂਟੀਟੀ ਸਲਾਈਟਲੀ ਡਿਫਰੈਂਟ ਹੈ, ਇਸ ਕਰਕੇ ਸਾਨੂੰ ਸਪੈਸ਼ਲ ਸਟੇਟਸ ਦੇ ਦਿੱਤਾ ਜਾਵੇ। ਉਹ ਵੀਪੀ ਮੈਨਨ ਵਰਗਾ ਇੰਨਾ ਬੰਦਾ ਜਿਹਨੇ ਕਿ ਸਾਰੀਆਂ ਸਟੇਟ ਨੂੰ ਅੱਗੇ ਲਾ ਲਿਆ, ਕਿਉਂਕਿ ਕਹਿਤਾ ਸੀ ਉਹਨੇ ਪਟੇਲ ਨੇ ਭਾਈ ਇਹਨੂੰ ਅਲੱਗ ਕਰ ਦਿਓ, ਮੰਨ ਗਿਆ ਕਿ ਤੁਹਾਨੂੰ ਅਸੀਂ ਬਾਅਦ 'ਚ ਦੇਵਾਂਗੇ, ਚਲੋ ਹੋਰ ਦੇਖਾਂਗੇ, ਕੋਈ ਦੇਖਦੇ ਹਾਂ। ਪਰ ਉਸ ਵੇਲੇ ਇੰਟਰਿਮ ਐਗਰੀਮੈਂਟ ਇਹ ਕਰ ਦਿਓ ਸਾਈਨ। ਬਾਅਦ 'ਚ ਹੋਇਆ ਕਿ ਇਹ ਜਿਹੜਾ ਸਿੱਕਮ ਜਿਹੜਾ ਦੂਸਰੀ ਚੀਜ਼ ਜਿਹੜਾ ਹੈਗਾ ਕਿ ਇਹ ਹਾਂ ਬਾਕੀ ਮਿਸਿਸ ਗਾਂਧੀ ਵੀ ਇਸ ਚੀਜ਼ ਨੂੰ ਮੰਨਦੀ ਹੈ। ਬਾਅਦ ਦੇ ਜਦੋਂ ਪ੍ਰਾਈਮ ਮਿਨਿਸਟਰ ਹੁੰਦੀ ਹੈ, ਮੈਂ ਕੋਟ ਕੀਤਾ, ਉਹਨਾਂ ਦਾ ਪ੍ਰਿੰਸੀਪਲ ਸੈਕਟਰੀ ਸੀ ਪੀ ਐਨ ਥਾਰ ਉਸ ਵੇਲੇ, ਅਕਸਰ ਤੋਂ ਬਾਅਦ ਉਹਨੂੰ ਕਿਹਾ ਕਿ ਇਨ ਹਾਈਂਡ ਸਾਈਟ ਅਗਰ ਪਿੱਛੇ ਦੀ ਦੇਖੀਏ ਪਟੇਲ ਵਾਜ਼ ਰਾਈਟ, ਮੇਰਾ ਫਾਦਰ ਰਾਈਟ ਨਹੀਂ ਸੀ, ਇਸ ਚੀਜ਼ ਨੂੰ ਸਿੱਕਮ ਨੂੰ ਕਰ ਦੇਣਾ ਚਾਹੀਦਾ ਸੀ। ਔਰ ਇਹ ਤਾਂ ਜਦੋਂ ਰਾਜਕੁਮਾਰ ਉਸ ਵੇਲੇ ਚੋਗਿਆਲ ਬਣ ਗਿਆ, ਰਾਜਾ ਬਣ ਗਿਆ, ਇਹਨੂੰ ਪ੍ਰੋਟੈਕਟਰ ਦਾ ਸਟੇਟਸ ਦਿੱਤਾ ਸੀ 1950 ਦੀ ਟ੍ਰੀਟੀ ਦੇ ਮੁਤਾਬਕ ਕਿ ਸਾਡਾ ਤੁਸੀਂ ਫੋਰਨ ਅਫੇਅਰਸ, ਡਿਫੈਂਸ ਅਤੇ ਕਮਿਊਨੀਕੇਸ਼ਨ ਕਰੰਸੀ ਅਸੀਂ ਇੰਡੀਆ ਦੇਖੇਗਾ, ਬਾਕੀ ਤੂੰ ਦੇਖੀ। ਇਹ ਕੋਈ ਡਿਫਰੈਂਟ ਨਹੀਂ ਸੀ। 1861 ਦੀ 1861 ਦੀ ਟ੍ਰੀਟੀ ਜਿਹੜੀ ਕਿ ਅੰਗਰੇਜ਼ਾਂ ਨਾਲ ਹੋਈ ਸੀ ਸਿੱਕਿਮ ਦੀ, ਉਹੀ ਇਹ ਸੀਗੀ ਨਵੀਂ। ਪਰ ਹੌਲੀ ਹੌਲੀ ਇਹ ਜਿਹੜਾ ਚੋਗਿਆਲ ਦੇ ਦਿਮਾਗ 'ਚ ਆ ਗਿਆ ਕਿ ਮੈਂ ਇੰਡੀਪੈਂਡੈਂਟ ਬਣ ਜਾ ਕੰਟਰੀ, ਕਿਉਂ ਨਾ ਬਣਾ। 1967 ਤੋਂ ਲੈ ਕੇ 72 ਤੱਕ ਮਿਸਿਸ ਗਾਂਧੀ ਉਹਨਾਂ ਨੇ ਬਹੁਤ ਤੰਗ ਕੀਤਾ। ਮਿਸਿਸ ਗਾਂਧੀ ਕੋਈ ਡਿਸੀਜਨ ਨਹੀਂ ਲੈ ਪਾਈ। ਅਤੇ ਮਿਸਿਸ ਗਾਂਧੀ ਦਾ ਇੱਕ ਸੀ ਉਸ ਵੇਲੇ ਇੱਕ ਬੜਾ ਕਸ਼ਮੀਰੀ ਆਫਿਸਰ ਸੀ ਫੋਰਨ ਸਰਵਿਸ, ਬਾਅਦ 'ਚ ਫੋਰਨ ਸੈਕਟਰੀ ਰਿਟਾਇਰ ਹੁੰਦਾ, ਟਿੱਕੀ ਕੌਲ, ਟੀ ਐਨ ਕੌਲ, ਉਹ ਚੋਗਿਆਲ ਦੇ ਸਿਸਟਰ ਵਗੈਰਾ ਦਾ ਜਾਣ ਪਛਾਣ ਦਾ ਸੀ ਬੰਦਾ। ਉਹਨੇ ਵੀ ਪੋਲਿਸੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਪ੍ਰੋਟੈਕਟਰੇਟ ਦੀ ਜਗ੍ਹਾ ਚੋਗਿਆਲ ਨੂੰ ਇੱਕ ਪਰਮਾਨੈਂਟ ਐਸੋਸੀਏਸ਼ਨ ਦਾ ਸਟੇਟਸ ਦੇਣ ਦੀ ਉਹਨਾਂ ਨੇ ਮੰਨ ਲਿਆ ਵੀ ਅਸੀਂ ਤੈਨੂੰ ਪਰਮਾਨੈਂਟ ਐਸੋਸੀਏਟ ਬਣਾ ਲਾਂਗੇ ਵਿਦ ਦਾ ਪੋਸੀਬਿਲਿਟੀ ਕਿ ਤੈਨੂੰ ਅਸੀਂ ILO, WHO ਇਹਨਾਂ ਚੀਜ਼ਾਂ ਦਾ ਇੱਕ ਮੈਂਬਰ ਵੀ ਬਣਾ ਦਾਂਗੇ ਆਪਾਂ। ਅਤੇ ਇਹ ਮੰਨਿਆ ਨਹੀਂ, ਇੰਨਾ ਨਕਸ਼ ਦਮ ਕਰ ਦਿੱਤਾ ਜਦੋਂ ਕਿ ਇਹਨੇ ਇੱਕ ਚਿੱਠੀ ਲਿਖੀ ਮਿਸਿਸ ਗਾਂਧੀ ਨੂੰ। ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਉਹਦੇ 'ਚ ਲਿਖਿਆ ਹਿਜ਼ ਮਜੈਸਟੀ ਤਾਂ ਰਾਜਾ ਹੁੰਦਾ ਇੰਡੀਪੈਂਡੈਂਟ। ਅਤੇ ਮਿਸਿਸ ਗਾਂਧੀ ਨੇ ਉਸ ਵੇਲੇ ਫਿਰ ਕਿਹਾ ਤੰਗ ਆ ਕੇ ਕਿ ਵੀ ਕੈਨ ਯੂ ਡੂ ਸਮਥਿੰਗ ਅਬਾਊਟ ਹਿਮ, ਕੌਰ ਨੂੰ ਅਤੇ ਅਕਸਰ ਨੂੰ। ਅਤੇ ਫਿਰ ਉਸ ਵੇਲੇ RNW ਦਾ ਆਪਰੇਸ਼ਨ ਹੋਇਆ। ਔਰ ਇਹ ਕਿਸੇ ਵੀ ਇਹ ਛੁਪਾ ਗਏ ਨੇ, ਇਹਨਾਂ ਨੂੰ ਮੇਰੀ ਕਿਤਾਬ 'ਚ ਲਿਖਿਆ ਨਹੀਂ। ਇਹਨਾਂ ਨੇ ਅਜਮੇਰ ਸਿੰਘ ਹੋਰਾਂ ਨੇ ਜਿਹੜਾ ਕਿਹਾ ਕਿ ਇੰਡੀਪੈਂਡੈਂਸ ਤੋਂ ਪਹਿਲਾਂ on the eve of independence 1947 there was a full-fledged pro-democratic, pro-merger ਪਾਰਟੀ ਸੀ ਸਿੱਕਿਮ ਸਟੇਟ ਕਾਂਗਰਸ। ਤਾਸ਼ੀ ਸ਼ੈਰਿੰਗ ਭੂਟੀਆ ਉਹਦਾ ਲੀਡਰ ਸੀਗਾ। ਔਰ 1949 'ਚ ਇਹੀ ਚੋਗਿਆਲ ਜਾਂ ਉਸ ਵੇਲੇ ਮਹਾਰਾਜਾ ਕਹਿੰਦੇ ਸੀ ਇਹਦਾ ਘਰ ਤਾਸ਼ੀ ਸ਼ੈਰਿੰਗ ਨੇ 5000 ਬੰਦਿਆਂ ਨਾਲ ਘੇਰ ਲਿਆ ਸੀਗਾ। ਉਹ ਆਪਣੀ ਜਾਨ ਬਚਾ ਕੇ ਪੋਲੀਟੀਕਲ ਆਫਿਸ 'ਚ ਗਿਆ ਰਾਜਾ। ਅਤੇ ਇੰਡੀਆ ਦੀ ਪੋਲਿਸੀ ਉਲਟੀ ਸੀਗੀ। ਇੰਡੀਆ ਦੀ ਪੋਲਿਸੀ ਨੂੰ ਮੈਂ ਡਿਸਕ੍ਰਾਈਬ ਕੀਤਾ ਕਿ ਐਪਰੈਂਟ ਅਪੀਜ਼ਮੈਂਟ ਐਂਡ ਕੌਸ਼ੀਅਸ ਕੰਟੇਨਮੈਂਟ। ਅਪੀਜ਼ਮੈਂਟ ਵੀ ਚੋਗਿਆਲ ਦਾ ਉੱਪਰ ਉਠਾਓ। ਉਹ ਸੋਚਦੇ ਸੀ ਵੀ ਚੋਗਿਆਲ ਅਗਰ ਤਾਕਤਵਰ ਹੋਏਗਾ ਤਾਂ ਇਸ ਰੀਜਨ 'ਚ ਸਟੇਬਿਲਿਟੀ ਰਹੇਗੀ। ਅਗਰ ਆਪਾਂ ਨੇ ਡੈਮੋਕ੍ਰੈਟਿਕ ਮੂਵਮੈਂਟ ਨੂੰ ਉੱਪਰ ਦਿੱਤਾ ਤਾਂ ਕਨਫਲਿਕਟ ਰੌਲਾ ਪੈਂਦਾ ਰਹੂਗਾ। ਅਤੇ ਇੰਡੀਆ ਨੇ ਇਸ ਨੂੰ ਇੰਨਾ ਜ਼ਿਆਦਾ ਦਬਾਇਆ ਕਿ ਤਾਸ਼ੀ ਸ਼ੈਰਿੰਗ ਨੇ ਸੁਈਸਾਈਡ ਕਰ ਲਈ ਤੰਗ ਆ ਕੇ। ਇੰਡੀਆ ਨੇ ਇਹਨਾਂ ਨੂੰ ਖਤਮ ਇਹ ਮੈਂ ਸਾਡਾ ਹੀ ਸੀ। ਇਹ ਨਹੀਂ ਕਹਿੰਦੇ ਕਿ ਇਹ ਸਾਰਾ ਕੁਝ ਛੁਪਾ ਜਾਂਦੇ ਨੇ ਮੇਰੀ ਕਿਤਾਬ 'ਚ, ਲਿਖਿਆ ਹੀ ਨਹੀਂ ਹੈ। ਚਲੋ ਆਪਾਂ ਮੈਂ ਥੋੜ੍ਹਾ ਜਿਹਾ ਸਰ ਹੁਣ ਚੀਜ਼ਾਂ ਜਿਹੜੀਆਂ ਕਿ ਮੇਰੀ ਕਿਤਾਬ ਦੇ ਬਾਰੇ ਲਿਖਿਆ ਮੈਂ ਥੋੜ੍ਹਾ ਐਂ ਨਾ ਕਰੋ ਮੇਰੇ ਸਵਾਲਾਂ ਦਾ, ਮੈਂ ਤੁਹਾਡਾ ਇੰਟਰਵਿਊ ਕਰ ਰਿਹਾ ਹੈਗਾ। ਮੈਂ ਸਭ ਤੋਂ ਪਹਿਲਾਂ ਇਹ ਗੱਲਾਂ ਦਾ ਜਵਾਬ ਦਿਓ ਜਿਹੜਾ ਉਹ ਕਹਿੰਦੇ ਨੇ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਇੰਦਰਾ ਗਾਂਧੀ ਦੇ ਨਾਲ ਜੋੜ ਦੇਣਾ, ਠੀਕ ਹੈ, ਅਤੇ ਇੰਦਰਾ ਗਾਂਧੀ ਅਤੇ ਸੰਤ ਨੂੰ ਬਸ ਦੋ ਕਰੈਕਟਰ ਬਣਾ ਦੇਣਾ ਪੂਰੀ ਕਹਾਣੀ ਦੇ। ਪੰਜਾਬ ਦੇ ਅੰਦਰ ਪੂਰਾ ਇੱਕ ਪਰਸਪੈਕਟਿਵ ਪਿਆ। ਤੁਹਾਡਾ ਪਰਸਪੈਕਟਿਵ ਕਿਉਂਕਿ ਤੁਸੀਂ ਰੌ ਦੇ ਹੋ, ਇਸ ਕਰਕੇ ਤੁਸੀਂ ਤਾਂ ਸਟੇਟ ਦੇ ਹਿਸਾਬ ਨਾਲ ਦੇਖੋਗੇ ਚੀਜ਼ਾਂ ਨੂੰ। ਪੰਜਾਬ ਦੇ ਅੰਦਰ ਪੂਰੀ ਇੱਕ ਹਿਸਟਰੀ ਪਈ ਹੈ ਚੀਜ਼ਾਂ ਦੀ, ਜਿਹਦੇ 'ਚ ਸਾਰਾ ਵਰਤਾਰਾ ਘਟਦਾ ਹੈਗਾ। ਉਹ ਵਰਤਾਰਾ ਤੁਸੀਂ ਮਾਈਨਸ ਕਰ ਦਿੰਦੇ ਹੋ ਕਿਤਾਬ ਦੇ ਅੰਦਰ ਸਿਰਫ ਦੋ ਕਰੈਕਟਰਾਂ 'ਤੇ ਫੋਕਸ ਕਰਕੇ ਕਿ ਇੰਦਰਾ ਗਾਂਧੀ ਨੇ ਅਤੇ ਭਿੰਡਰਾਂ ਵਾਲਾ। ਬਾਕੀ ਸਾਰੀ ਮੂਵਮੈਂਟ ਉਹ ਕਹਿੰਦੇ ਜੇ ਕੋਈ ਕਿਸੇ ਆਈਡੀਆ ਕੋਈ ਇਸ ਤਰ੍ਹਾਂ ਦਾ ਨਹੀਂ ਆ, ਜੇ ਕੋਈ ਚੀਜ਼ ਮਟੀਰੀਅਲਾਈਜ਼ ਹੋ ਰਹੀ ਸੀ ਤਾਂ ਹੀ ਇੰਨੇ ਲੋਕ ਸ਼ਹੀਦ ਹੋਏ, ਨਹੀਂ ਇੰਨੇ ਲੋਕ ਜਾਨਾਂ ਕਿਵੇਂ ਦੇ ਦੇਣਗੇ ਕਿਸੇ ਗੱਲ ਦੇ ਲਈ ਜੇ ਕਿਸੇ ਗੱਲ 'ਚ ਦਮ ਹੀ ਨਹੀਂ ਹੋਊਗਾ। ਉਹ ਦੇਖੋ ਇਹ ਹੈ, ਮੈਂ ਜਿਹੜਾ ਕੁਛ ਸੀ ਮੈਂ ਪੂਰਾ ਲਿਖਿਆ ਉਹਦੇ 'ਚ। ਜਿਵੇਂ ਇਹ ਚੀਜ਼ਾਂ ਸਿੱਕਿਮ ਦੇ ਬਾਰੇ ਮੈਂ ਕਿਹਾ ਕਿ ਛੁਪਾ ਗਏ ਨੇ ਔਰ ਉਸ ਨੂੰ ਡਿਫਰੈਂਟ ਤਰੀਕੇ ਨਾਲ ਪੇਸ਼ ਕਰ ਰਹੇ ਨੇ। ਮੈਨੂੰ ਤਾਂ ਲੱਗਦਾ ਇਸ ਕਿਤਾਬ ਦੇ ਬਾਰੇ ਵੀ ਉਹੀ ਚੀਜ਼ ਇਸਤੇਮਾਲ ਕਰ ਰਹੇ ਨੇ। ਇਹ ਦੂਸਰੀ ਚੀਜ਼ ਉਹ ਕਹਿੰਦੇ ਨੇ ਕਿ ਇੱਕ ਐਨਾਲਿਸਟ ਜੇ ਮੈਂ ਪ੍ਰੋਫੈਸਰ ਬਣੇ ਰਹਿੰਦਾ, ਇਹ ਵੀ ਲਿਖਦੇ ਨੇ ਮੈਂ ਬਹੁਤ ਵੱਡਾ ਐਨਾਲਿਸਟ ਹੋਣਾ ਚਾਹੀਦਾ।
ਪਰ ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਦੇਖੋ, ਮੈਂ ਜਦੋਂ ਇਹ ਸਾਰੀਆਂ ਵੱਡੀਆਂ ਵੱਡੀਆਂ ਬ੍ਰਾਂਚਾਂ ਛੱਡਤੀਆਂ, ਮੈਂ ਐਨਾਲਿਸਿਸ ਬ੍ਰਾਂਚ 'ਚ ਆਇਆ, 10 ਸਾਲ ਇੰਚਾਰਜ ਰਿਹਾ ਮੈਂ ਚਾਈਨਾ ਐਨਾਲਿਸਿਸ ਦਾ। ਬਹੁਤ ਮੁਸ਼ਕਿਲ ਚੀਜ਼ ਹੈ। ਪਾਕਿਸਤਾਨ ਸੌਖੇ ਕੰਮ ਨੇ, ਉਸ ਵੇਲੇ ਚਾਈਨਾ ਦਾ ਬਹੁਤ ਮੁਸ਼ਕਿਲ ਹੁੰਦਾ ਸੀਗਾ। ਔਰ ਜਦੋਂ ਆਦਮੀ ਐਨਾਲਿਸਿਸ ਦੇ ਬਾਰੇ ਟਿਊਨ ਅਪ ਕਰਦਾ ਹੈ, ਉਹ ਸਭ ਕੁਝ ਭੁੱਲ ਜਾਂਦਾ ਹੈ। ਇੱਕ ਸੱਚਾਈ ਨੂੰ, ਜਿਵੇਂ ਸੂਈ ਨੂੰ ਤੂੜੀ 'ਚੋਂ ਲੱਭਣ ਦੀ ਗੱਲ ਹੈ, ਉਹ ਐਨਾਲਿਸਿਸ 'ਤੇ। ਔਰ ਮੈਂ 3-4 ਸਾਲ ਆਪਣੀ ਪੁਰਾਣੀ ਸਰਵਿਸ ਦੇ ਲਾਸਟ ਏਰੀਆ ਵਿੱਚ ਚੀਫ ਆਫ ਸਟਾਫਸ, ਇੱਕ ਗਰੁੱਪ ਹੈ ਜਿਹੜਾ ਕਿ ਆਰਮੀ, ਨੇਵੀ ਅਤੇ ਏਅਰਫੋਰਸ ਦਾ ਚੀਫ ਹੁੰਦਾ ਨਾ, ਇਹਨਾਂ ਨੂੰ ਬਰੀਫ ਕਰਦੀ ਹੈ ਰਾਓ, RNAW, IB ਅਤੇ JIC। ਮੈਂ ਉਹਨਾਂ ਨੂੰ ਪਿਛਲੇ 3 ਸਾਲ ਬਰੀਫ ਕੀਤਾ। ਜੁਆਇੰਟ ਸੈਕਟਰੀ ਦੇ ਲੈਵਲ 'ਤੇ ਹੁੰਦਾ, ਪਰ ਮੈਨੂੰ ਕਿਹਾ ਜੀ, ਚੀਫ ਨੇ ਸੈਕਟਰੀ ਨੂੰ ਕਿਹਾ ਹੋਣਾ ਵੀ ਇਹਨੂੰ ਲਾਈ ਰੱਖੋ ਜਦੋਂ ਤੱਕ ਰਿਟਾਇਰ ਨਾ ਹੋਵੇ। ਅਤੇ ਉਹਨਾਂ ਨੂੰ ਮੈਂ ਹਮੇਸ਼ਾ ਬਰੀਫ ਕਰਦਾ ਰਿਹਾ। ਜੇ ਮੈਂ ਚੰਗਾ ਐਨਾਲਿਸਟ ਨਾ ਹੁੰਦਾ ਤਾਂ ਮੈਨੂੰ ਕਹਿੰਦੇ ਕਿਉਂ ਭਾਈ ਤੁਸੀਂ ਦੱਸੋ। ਬਹੁਤ ਦਫਾ ਉਹਨਾਂ ਨੂੰ ਮੈਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਨਾ ਇਹਨੂੰ ਮੈਂ ਫੋਕਸ 'ਤੇ ਰਹੀਏ। ਮੈਂ ਕਹਿ ਰਿਹਾ ਕਿ ਜਿਹੜੇ ਇਲਜ਼ਾਮ ਲਾਉਂਦੇ ਆ ਤੁਹਾਡੇ 'ਤੇ, ਨੰਬਰ 1 ਕਿ ਤੁਸੀਂ ਕੰਟੀਨਿਊਟੀ 'ਚ ਨਹੀਂ ਦੇਖਦੇ, ਨੰਬਰ 2 ਕਿ ਤੁਸੀਂ 2 ਕਰੈਕਟਰਾਂ ਨੂੰ ਫੋਕਸ ਕਰਤਾ, ਪੂਰੀ ਮੂਵਮੈਂਟ ਕਿੱਧਰ ਗਈ, ਪੂਰਾ ਮਾਹੌਲ ਕਿੱਧਰ ਗਿਆ, ਨੰਬਰ 3 ਕਿ ਇਹ ਵਰਤਾਰੇ ਦੇ ਪਿੱਛੇ ਘਟਨਾਵਾਂ ਨੇ। ਮੈਂ ਜਿਵੇਂ ਤੁਹਾਨੂੰ ਕਹਿਣਾ ਕਿ ਕਾਮਰੇਡ ਸਰਜੀਤ ਦਾ ਸਿੱਖ ਹੋਮਲੈਂਡ ਲਿਖਣਾ, ਔਰ CPI ਨੇ ਆਜ਼ਾਦੀ ਦੇ ਟਾਈਮ ਇਹ ਲਾਈਨ ਨੂੰ ਟੋ ਕੀਤਾ, ਜਿਹੜੀ ਇਸਲਾਮ ਮੁਲਕ ਬਣਿਆ ਉੱਧਰੋਂ ਇੱਧਰਲੇ ਪਾਸੇ ਉਸ ਨੂੰ ਉਹ ਕੀਤਾ, ਔਰ ਉਸ ਤੋਂ ਬਾਅਦ 1946 'ਚ ਮਤਾ ਪੈਣਾ ਇਸ ਗੱਲ ਦਾ, ਖਾਲਿਸਤਾਨ ਦਾ ਮਤਾ ਪਿਆ SGPC ਦੇ ਅੰਦਰ। ਇਹਦੇ ਦੇਖੋ, ਮੈਂ ਲਿਖਿਆ ਪਹਿਲੇ ਲਿਖਦਾ ਤਾਂ ਕਿਤਾਬ 'ਚ ਕਿ ਆਜ਼ਾਦੀ ਤੋਂ ਪਹਿਲਾਂ ਜੋ ਕੁਝ ਹੋਇਆ, ਅੰਗਰੇਜ਼ਾਂ ਨੇ ਵੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਵੀ ਕੋਸ਼ਿਸ਼ ਕੀਤੀ, ਬਾਕੀਆਂ ਨੇ ਵੀ ਕੀਤੀ, ਉਹਨੂੰ ਭੁੱਲ ਜਾਓ। ਆਜ਼ਾਦੀ ਤੋਂ ਬਾਅਦ ਜਦੋਂ ਅਕਾਲੀ ਦਲ ਇੱਧਰ ਆ ਕੇ, ਪਹਿਲਾਂ ਤਾਂ ਅਲੱਗ ਹੋ ਗਏ ਸੀ, ਫਿਰ ਅਕਾਲੀ ਦਲ ਦੇ ਲੀਡਰ ਜਿਵੇਂ ਕੈਰੋਂ ਅਤੇ ਤਾਰਾ ਸਿੰਘ ਵਗੈਰਾ, ਕੁਛ ਲੋਕ ਕਾਂਗਰਸ 'ਚ ਆ ਗਏ ਨਾ, ਛੱਡ ਤਾਂ ਚਲੋ ਖਤਮ ਹੋ ਗਿਆ, ਆਜ਼ਾਦੀ ਮਿਲ ਗਈ। ਅਤੇ ਮੈਂ ਉਦੋਂ ਇਹੀ ਲਿਖਿਆ ਕਿ ਸਿਰਫ 4 ਬੰਦਿਆਂ ਨੂੰ ਮੈਂ ਜਾਣਦਾ ਜਿਹੜੇ ਕਿ ਖਾਲਿਸਤਾਨ ਦੀ ਗੱਲ ਕਰਦੇ ਸੀ। ਕੋਈ ਪਾਪੂਲਰ ਮੂਵਮੈਂਟ ਬਿਲਕੁਲ ਨਹੀਂ ਸੀਗੀ। ਜੇ ਹੋਵੇ ਤਾਂ ਦੱਸਣਾ ਭਾਈ, ਇੰਨੀ ਪਾਪੂਲਰ ਮੂਵਮੈਂਟ ਹੈ। ਹਾਲੇ ਤੱਕ ਪਾਪੂਲਰ ਮੂਵਮੈਂਟ ਕੁਛ ਤਾਂ ਹੁੰਦੀ, ਇੰਨੇ ਸਿੱਖ ਮਰ ਗਏ। ਸੈਂਟੀਮੈਂਟ ਸੀ, ਸੈਂਟੀਮੈਂਟ। ਅਤੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਹਿੰਦੂ ਸਿੱਖਾਂ 'ਚ ਇਖਤਲਾਫਾਤ ਬਹੁਤ ਜ਼ਿਆਦਾ ਸੀ, ਉਹ ਪਹਿਲਾਂ ਵੀ ਸਿਮਰ ਕਰ ਰਹੇ ਸੀ। ਇਹ ਜਿਹੜਾ ਸਾਰਾ ਕੁਝ ਹੋਇਆ, ਭਿੰਡਰਾਂ ਵਾਲੇ ਨੇ ਬਾਹਰ ਲਿਆਂਦਾ ਉਹਨਾਂ ਨੂੰ, ਹੈ ਨਾ। ਭਿੰਡਰਾਂ ਵਾਲਾ ਇੱਕ ਕਾਰਨ ਬਣ ਗਿਆ, ਜਾਣ-ਬੁੱਝ ਕੇ ਨਹੀਂ ਆਏ ਕਾਰਨ, ਉਹ ਤਾਂ ਯੂਜ਼ ਕੀਤਾ ਗਿਆ। ਜਿਵੇਂ ਲਿਖਿਆ ਮੈਂ ਭਾਈ, ਮੈਂ ਤਾਂ ਤੁਹਾਨੂੰ ਸਬੂਤ ਦਿੱਤੇ ਨੇ ਕਿ ਕੁਝ ਚੀਜ਼ ਨਹੀਂ ਸੀ ਉੱਥੇ, ਇਹਨਾਂ ਨੇ ਖੜੀ ਕੀਤੀ। ਉਸ ਚੀਜ਼ ਨੂੰ ਭਿੰਡਰਾਂ ਵਾਲੇ ਨੂੰ ਯੂਜ਼ ਕੀਤਾ ਗਿਆ, ਜਾਣੇ ਅਣਜਾਣੇ। ਕਿਸੇ ਸਟੇਜ 'ਤੇ ਜਾ ਕੇ ਉਹ ਆਪਣੇ ਆਪ ਕਰਨ ਲੱਗ ਗਏ, ਪਹਿਲਾਂ ਇਹਨਾਂ ਤੋਂ ਕਰਵਾਇਆ ਗਿਆ। ਇਹ ਮਤਲਬ ਇਸ ਆਪਣੀ ਇੱਕ ਲਾਈਨ ਨੂੰ ਫੜਨਾ। ਫਿਰ ਉਹ ਕਹਿੰਦੇ ਆ ਕਿ ਤੁਸੀਂ, ਜਿਹੜੀ ਮੇਜਰ ਗੱਲ ਹੁੰਦੀ ਹੈ ਕਿਸੇ ਵੀ ਵਿਸ਼ਲੇਸ਼ਕ ਦੀ ਅਤੇ ਕਿਸੇ ਵੀ ਰਿਸਰਚਰ ਦੀ, ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਪੁੱਛਿਆ ਸੀ, ਪ੍ਰਾਇਮਰੀ ਡਾਟਾ ਅਤੇ ਸੈਕੰਡਰੀ ਡਾਟਾ। ਤੁਹਾਡੀ ਕਿਤਾਬ 'ਚ ਪ੍ਰਾਇਮਰੀ ਡਾਟਾ ਮਾਈਨਰ ਹੈ, ਬਹੁਤ ਥੋੜ੍ਹਾ ਹੈਗਾ, ਬਹੁਤ ਛੋਟਾ ਹਿੱਸਾ ਪ੍ਰਾਇਮਰੀ ਡਾਟੇ ਦਾ। ਜ਼ਿਆਦਾਤਰ ਡਾਟਾ ਤੁਹਾਡਾ ਹੀਅਰਸੇ ਅਤੇ ਸੈਕੰਡਰੀ ਡਾਟਾ ਹੈਗਾ, ਜਿਹਦੇ ਤੁਸੀਂ ਪੂਰੀ ਕਹਾਣੀ ਘੜ ਦਿੰਦੇ ਹੋ ਕਿ ਸੰਤ ਅਤੇ ਭਿੰਡਰਾਂ ਵਾਲਿਆਂ ਅਤੇ ਇੰਦਰਾ ਗਾਂਧੀ ਦੀ ਅੰਡਰਸਟੈਂਡਿੰਗ। ਪ੍ਰਾਇਮਰੀ ਡਾਟਾ ਬਿਲਕੁਲ ਘੱਟ ਹੈ ਤਾਂ ਮੈਨੂੰ ਕਿਤਾਬ ਲਿਖਣ ਦੀ ਲੋੜ ਹੀ ਕੀ ਸੀ। ਮੇਰੇ ਕੋਲ ਤਾਂ ਪ੍ਰਾਇਮਰੀ ਡਾਟਾ ਇੰਨਾ ਜ਼ਿਆਦਾ, ਮੈਂ ਕਨਵਿੰਸ ਹੋ ਗਿਆ ਕਿ ਸੈਕੰਡਰੀ ਡਾਟਾ ਲੱਭਣ ਲੱਗ ਗਿਆ ਕਿ ਵਾਕਿਆ ਹੀ ਇਹ ਜ਼ਮੀਨ 'ਤੇ ਹੋ ਸਕਦਾ ਇਸ ਤਰ੍ਹਾਂ ਦਾ। ਉੱਥੇ ਮੈਨੂੰ ਸਬੂਤ ਮਿਲੇ। ਬਾਕੀ ਐਨਾਲਿਸਿਸ ਬ੍ਰਾਂਚ ਦੀ ਗੱਲ ਹੈ, ਹੋ ਸਕਦਾ ਮੈਂ ਇਹ ਜ਼ਿਆਦਾ ਐਨਾਲੀਟੀਕਲ ਮਾਈਂਡ ਮੇਰੇ ਨਾਲ ਜ਼ਿਆਦਾ ਹੋਵੇ, ਹੈ ਨਾ। ਅਤੇ ਮੈਂ ਤਾਂ ਆਪਣੇ ਆਪ 'ਚ ਹਲੇ ਵੀ ਸਮਝਦਾ ਕਿ ਬਹੁਤ ਮੈਨੂੰ ਚੰਗਾ ਸਮਝਿਆ ਜਾਂਦਾ ਸੀ ਐਨਾਲਿਸਿਸ ਬ੍ਰਾਂਚਿਸ ਦੇ ਵਿੱਚ। ਮੈਂ ਹਲੇ ਵੀ, ਮੇਰਾ ਯਾਦ ਕਰਦੇ ਨੇ ਲੋਕ ਮੈਨੂੰ। ਅਤੇ ਇਹ ਪ੍ਰਾਇਮਰੀ ਅਗਰ ਮੇਰੇ ਕੋਲ ਹੁੰਦੀ, ਕਿਤਾਬ ਲਿਖਣ ਦੀ ਲੋੜ ਹੀ ਨਹੀਂ ਸੀ ਮੈਨੂੰ। ਪ੍ਰਾਇਮਰੀ ਦੇ ਉੱਤੇ ਮੈਨੂੰ ਕਰਨ, ਅਟੈਕ ਕਰਨ, ਕਿਤਾਬ ਲਿਖਣ। ਉਹ ਕਹਿੰਦੇ ਆ ਕਿ ਤੁਸੀਂ ਨੈਸ਼ਨਲਿਸਟ ਸਿੱਖ ਹੋਗੇ। ਮੈਂ ਪੂਰਾ ਸਵਾਲ ਪੂਰਾ ਕਰਦਾ। ਸਿੱਖਾਂ ਦੇ ਅੰਦਰ ਇੱਕ ਕੌਮੀ ਭਾਵਨਾ ਰਹੀ ਹੈ, ਸਿੱਖਾਂ ਦਾ ਰਾਜ ਰਿਹਾ ਹੈਗਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਿੱਖ ਹਮੇਸ਼ਾ ਇਸ ਨੂੰ ਦੇਖਦੇ ਰਹੇ ਨੇ। ਤੁਸੀਂ ਕਿਉਂਕਿ ਸਟੇਟ ਦਾ ਹਿੱਸਾ ਬਣ ਗਏ, ਤੁਸੀਂ ਕਿਉਂਕਿ ਰੌ ਦਾ ਹਿੱਸਾ, ਤੁਸੀਂ ਤੇ ਨੈਸ਼ਨਲਿਸਟ ਸਿੱਖ ਹੋ। ਤੁਸੀਂ ਕਿਉਂ ਇਸ ਗੱਲ ਨੂੰ ਤੁਸੀਂ ਸਮਝ ਹੀ ਨਹੀਂ ਸਕਦੇ? ਕਹਿੰਦੇ ਜੇ ਕਿਤੇ ਤੁਸੀਂ ਮਿਲਣੇ ਹੁੰਦੇ ਸੰਤ ਨੂੰ, ਉਹਨਾਂ ਨੇ ਇੱਥੋਂ ਕਿਹਾ, ਤੁਸੀਂ ਉਹਨਾਂ ਦੇ ਸ਼ਰਧਾਲੂ ਬਣ ਜਾਣਾ ਸੀਗਾ, ਜਾਂ ਤੁਸੀਂ ਵੀ ਉਹਨਾਂ ਨਾਲ ਸਤਿਕਾਰ ਨਾਲ ਗੱਲ ਕਰਦੇ, ਜਿਵੇਂ ਤੁਸੀਂ ਕਹਿੰਦੇ ਅਧਿਕਾਰੀ ਉਹਨਾਂ ਨੂੰ ਜਨਾਬ ਕਹਿੰਦੇ ਸੀ। ਦੇਖੋ, ਇਹਦੇ 'ਚ ਇਹ ਚੀਜ਼ ਹੈ, ਦੇਖੋ ਨੇਸ਼ਨ ਜਿਹੜੀ ਚੀਜ਼ ਹੈ ਨਾ, ਇੱਕ ਤਰ੍ਹਾਂ ਦਾ ਘਰ ਹੈ, ਬਹੁਤ ਵੱਡਾ ਕਿਲ੍ਹਾ ਸਮਝ ਲਓ। ਉਹਦੇ 'ਚ ਇੱਕ ਸਿੱਖਾਂ ਨੂੰ ਇੱਕ ਬਹੁਤ ਕੱਚੀ ਲਿੰਕ ਨਹੀਂ ਹੋਣਾ ਚਾਹੀਦਾ ਉਸ ਸਿੰਗਲੀ ਦੇ ਵਿੱਚ, ਕਿਉਂਕਿ ਸਿੱਖਾਂ ਦਾ ਵਕਾਰ ਜਾਂ ਵਜੂਦ ਹੀ ਇੱਕ ਬਹੁਤ ਸਟਰੋਂਗ ਲਿੰਕ ਹੋਣਾ ਚਾਹੀਦਾ। ਔਰ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਇੱਕ ਨੈਸ਼ਨਲਿਸਟ ਸਮਝਾਂ ਜਾਂ
ਇੱਕ ਨੇਸ਼ਨ ਦਾ ਇੰਪੋਰਟੈਂਟ ਹਿੱਸਾ ਸਮਝਾਂ, ਉਹ ਤਾਂ ਮੇਰੀ ਪ੍ਰਿਵਿਲੇਜ ਹੈ ਨਾ ਬਿਲਕੁਲ ਹੀ। ਮਗਰ ਦੇਖੋ ਕਿੰਨਾ ਡੈਮੇਜ ਹੋ ਗਿਆ ਉਸ ਚੀਜ਼ ਕਰਕੇ। ਔਰ ਇਹ ਜਿਹੜਾ ਹੈਗਾ, ਕਿੰਨੇ ਸਿੱਖ ਅੱਗੇ ਆਰਮੀ 'ਚ ਹੁੰਦੇ ਸੀ, ਕਿੰਨੇ ਸਰਵਿਸ 'ਚ ਹੁੰਦੇ ਸੀਗੇ। ਇਸ ਚੀਜ਼ ਨੇ ਬਹੁਤ ਜ਼ਿਆਦਾ ਸਿੱਖਾਂ ਦੀ ਬਹੁਤ ਜ਼ਿਆਦਾ ਡੈਮੇਜ ਕਰ ਦਿੱਤੀ ਹੈ ਬਿਲਕੁਲ ਇਸ ਗੱਲ। ਉਹ ਕਹਿੰਦੇ ਤੁਹਾਡੀ ਸਮਝ, ਤੁਹਾਨੂੰ ਸਿੱਧਾ ਕਹਿੰਦੇ ਨੇ, ਸਤਹੀ ਹੈ, ਤੁਹਾਡੀ ਸਮਝ ਡੈਪਥ ਨਹੀਂ ਹੈਗੀ, ਕਿਉਂਕਿ ਇਹ ਕਹਿੰਦੇ ਨਹੀਂ ਦੇਖੋ ਸੁਣਨਾ, ਉਹਨਾਂ ਨੇ ਕਿਹਾ ਕਿ ਤੁਹਾਡੀ ਸਮਝ ਸਤਹੀ ਹੈ, ਇਸੇ ਕਰਕੇ ਤੁਸੀਂ ਫਨੋਮਨੇ ਨੂੰ ਨਹੀਂ ਸਮਝ ਰਹੇ, ਤੁਸੀਂ ਘਟਨਾਵਾਂ ਤੇ, ਬੰਦਿਆਂ ਤੇ, ਕਰੈਕਟਰਾਂ ਤੇ ਜਾ ਰਹੇ ਹੋ, ਕੁਝ ਘਟਨਾਵਾਂ ਤੇ ਜਾ ਰਹੇ ਹੋ। ਜਦੋਂ ਕਿ ਇੰਡੀਅਨ ਸਟੇਟ ਦਾ ਤਾਂ ਹਮੇਸ਼ਾ ਹੀ ਸਿੱਖਾਂ ਨਾਲ ਜਿਹੜਾ ਵਤੀਰਾ ਉਹ ਸੌਂਕਾ ਦੀ ਇਸ ਟਾਈਮ ਉਜਾਗਰ ਹੋ ਗਿਆ। ਇੰਡੀਅਨ ਸਟੇਟ ਐਕਸਪੋਜ਼ ਹੋ ਗਈ ਇੰਦਰਾ ਗਾਂਧੀ ਵਾਲੇ ਐਪੀਸੋਡ 'ਚ, ਬਲੂ ਸਟਾਰ ਵਾਲੇ ਐਪੀਸੋਡ 'ਚ। ਵਧੀਆ ਸੰਤਾਂ ਨੇ ਤਾਂ ਜਗਾਤਾ ਕਿ ਭਾਈ ਆਹ ਹੋ ਰਿਹਾ ਹੈਗਾ, ਆਹ ਦੇਖ ਲਓ, ਜਿਹੜੀਆਂ ਗੱਲਾਂ ਮੈਂ ਕਹਿੰਦਾ ਸੀ ਉਹੀ ਹੋ ਰਹੀਆਂ ਨੇ। ਉਹ ਕਹਿੰਦੇ ਉਦੋਂ ਕਿਉਂ, ਹੁਣ ਤਾਂ ਨੰਗੇ ਚਿੱਟੇ ਰੂਪ 'ਚ ਇੰਡੀਅਨ ਸਟੇਟ ਦੇ ਲੀਡਰ ਕਹਿੰਦੇ ਨੇ ਕਿ ਹਿੰਦੂ ਰਾਸ਼ਟਰ ਬਣਾਉਣਾ। ਅਸਲੀ ਗੱਲ ਤਾਂ ਸੰਤ ਤੇ ਅੜਕ ਜਾਂਦੀ ਹੈ ਨਾ। ਮੈਂ ਕਿਹਾ ਕਿ ਕਿਸੇ ਸਟੇਜ ਤੱਕ ਉਹ ਸੰਤ ਸੀਗੇ, ਇੱਕ ਪੋਲੀਟੀਕਲ ਕੰਮ ਆ ਜਾਣਾ ਉਸ ਤੋਂ ਬਾਅਦ ਉਹ ਨਹੀਂ। ਜਿਹੜਾ ਕਿ ਜ਼ੈਲ ਸਿੰਘ ਦੇ ਚੱਕਰ 'ਚ ਆ ਜਾਏ, ਇਹੋ ਜਿਹੇ ਵੱਡੇ ਵੱਡੇ ਕਾਗ, ਬਹੁਤ ਵੱਡੇ ਵੱਡੇ ਪੋਲੀਟੀਸ਼ੀਅਨ, ਬਹੁਤ ਸਮਝਦਾਰ ਪੋਲੀਟੀਸ਼ੀਅਨ ਸੀ ਜ਼ੈਲ ਸਿੰਘ ਜੀ, ਸਕਸੈਸਫੁਲ, ਅਤੇ ਉਹਨਾਂ ਨੇ ਤਾਂ ਵੱਡੇ ਵੱਡਿਆਂ ਨੂੰ ਚੱਕਰ 'ਚ ਪਾਤਾ ਹੋਣਾ। ਅਤੇ ਉਸ ਤੋਂ ਬਾਅਦ ਸੰਤ ਨਹੀਂ ਰਹੇ। ਬੇਸਿਕ ਚੀਜ਼ ਤਾਂ ਸੰਤ ਤੇ ਉੱਤੇ ਹੈ। ਮੇਰੀ ਜਿਹੜੀ ਪ੍ਰਾਇਮਰੀ ਵਗੈਰਾ ਨੂੰ ਕਿਤਾਬ ਜਿਵੇਂ ਕਹਿੰਦੇ ਸੀ ਨਾ ਲਿਖਣਾ, ਤਾਂ ਲਿਖ ਦੇਣ। ਉਹ ਨਾਲੇ 1 ਸਾਲ ਪਹਿਲਾਂ ਥੋੜ੍ਹੀ ਛਪੀ ਹੈ, ਇਹ ਤਾਂ 1 ਸਾਲ 7-8 ਮਹੀਨੇ ਹੋ ਗਏ। ਉਦੋਂ ਬਾਅਦ ਤਾਂ 2 ਕਿਤਾਬਾਂ ਛਪ ਗਈਆਂ, ਪੰਜਾਬੀ ਦੀ ਆਹ ਅਤੇ ਹਿੰਦੀ। ਇਹ ਪੰਜਾਬੀ ਦੀ ਕਿਤਾਬ ਦਾ ਕਿਉਂ ਨਹੀਂ ਜ਼ਿਕਰ ਕਰਦੇ, ਜਿੱਥੇ ਕਿ ਪਾਂਡੇ ਦੀ ਗੱਲਾਂ ਲਿਖੀਆਂ। ਮੈਂ ਸਿਰਫ ਅੰਗਰੇਜ਼ੀ ਦੀ ਕਿਤਾਬ ਕਿਉਂ ਪੜ੍ਹੀ? ਲਿਖ ਦੇਣ ਕਿਤਾਬ, ਪੜ੍ਹ ਲੈਣ, ਪਾਂਡੇ ਦੀ ਕਿਤਾਬ ਵੀ ਹੈ, ਦੋਵੇਂ ਪੜ੍ਹ ਲੈਣ। ਜਿਹੜਾ ਮੈਂ ਲਿਖਿਆ ਉਹ ਪਾਂਡੇ ਕਿਉਂ ਮੈਨੂੰ ਸਪੋਰਟ ਕਰ ਰਹੇ ਨੇ ਇੰਡੀਪੈਂਡੈਂਟਲੀ? ਉਹ ਤਾਂ ਬੜੇ ਸੀਨੀਅਰ ਅਫਸਰ ਸੀ, ਉਹਨਾਂ ਨੇ ਤਾਂ ਰਿਜ਼ਾਈਨ ਕੀਤਾ ਇਸੇ ਚੀਜ਼ ਦੇ ਉੱਤੇ ਕਿ ਜਿਹੜਾ ਵਾਈਟ ਪੇਪਰ ਉਹਨਾਂ ਨੇ ਬਣਾਇਆ ਬਲੂ ਸਟਾਰ ਦੇ ਉੱਤੇ, ਪਾਰਲੀਮੈਂਟ 'ਚ ਪੇਸ਼ ਕੀਤਾ, ਪਾਂਡੇ ਕਹਿ ਰਿਹਾ ਕਿ ਮੈਂ ਤੁਹਾਨੂੰ ਤਾਂ ਪੁੱਛਿਆ ਹੀ ਨਹੀਂ ਉਹਦੇ ਉੱਤੇ। ਉਹ ਕਹਿੰਦੇ ਗੱਲ ਘੜੀ ਗਈ ਕੁਲਦੀਪ ਨਈਅਰ ਵੱਲੋਂ, ਜਾਣ ਬੁੱਝ ਕੇ ਕੁਲਦੀਪ ਨਈਅਰ ਨੇ ਗੱਲ ਘੜੀ ਕਿ ਸੰਤਾਂ ਦਾ ਇੰਦਰਾ ਦੇ ਨਾਲ ਕੋਈ ਰਿਸ਼ਤਾ ਹੈਗਾ। ਇਹ ਗੱਲ ਝੂਠੀ ਘੜੀ ਗਈ। ਉਹ ਸਟੈਬਲਿਸ਼ ਪੱਤਰਕਾਰ ਸੀ, ਉਹਨੇ ਗੱਲ ਘੁਮਾਤੀ। ਤੁਹਾਡੇ ਵਰਗੇ ਬੰਦੇ ਅੱਗੇ ਉਹਨੂੰ ਕੋਟ ਕਰੀ ਜਾਂਦੇ ਨੇ, ਜਿੰਨਾ ਮਰਜ਼ੀ ਕੋਟ ਕਰ ਦਿਓ। ਕਹਿੰਦੇ ਇਹਨੂੰ ਅਸੀਂ ਕਿੰਨੀ ਵਾਰ ਐਕਸਪੋਜ਼ ਕਰ ਚੁੱਕੇ ਹਾਂ। ਉਹ ਦੇਖੇ, ਮੈਂ ਦੱਸ ਤਾਂ ਚੁੱਕਿਆ, ਆਪਣੀ ਪਹਿਲੀ ਇੰਟਰਵਿਊ 'ਚ ਲਿਖਿਆ, ਦੱਸਿਆ ਮੈਂ ਤੁਹਾਨੂੰ ਕਿ ਕਮਲ ਨਾਥ ਨੂੰ ਕੋਟ ਕਰਦਾ। ਉਹਨੇ ਝੂਠ ਨਹੀਂ ਬੋਲੇਗਾ, ਸੱਚ ਨਹੀਂ ਦੱਸੇਗਾ। ਇਹ ਹੋ ਸਕਦਾ ਆਪਣਾ ਝੂਠ ਕੋਈ ਰੈਪੂਟੇਸ਼ਨ ਵੀ ਹੁੰਦਾ। ਝੂਠ ਐਡਾ ਵੱਡਾ ਝੂਠ ਜਿਹੜਾ ਕਿ ਕਮਲ ਨਾਥ ਨੇ ਬਾਅਦ 'ਚ ਮੁੱਕਰ ਗਿਆ ਨਾ। ਕਮਲ ਨਾਥ ਮੈਂ ਦੱਸਿਆ ਕਿ ਕਿਉਂ ਮੁੱਕਰ ਗਿਆ, ਉਹ ਵੀ ਆਪਾਂ ਦੁਬਾਰਾ। ਜੇ ਔਨ ਰਿਕਾਰਡ ਕਿਹਾ ਹੁੰਦਾ ਫਿਰ ਥੋੜੀ ਮੁੱਕਰ ਜਾਂਦਾ। ਜੇ ਮੰਨ ਲਓ ਤੁਸੀਂ ਮੈਨੂੰ ਔਨ ਰਿਕਾਰਡ ਇੰਟਰਵਿਊ ਦੇ ਰਹੇ ਹੋ, ਤੁਸੀਂ ਕਿੰਨਾ ਕੁ ਮੁੱਕਰ ਜਾਓਗੇ? ਕੋਈ ਆਫ ਦੀ ਰਿਕਾਰਡ ਗੱਲ ਹੀ ਮੁੱਕਰੋਗੇ ਨਾ। ਕੋਈ ਰਿਕਾਰਡ ਨਹੀਂ ਕਰਦਾ ਹੁੰਦਾ, ਨਾ ਹੀ ਕੋਈ ਟੇਪ ਰਿਕਾਰਡ। ਉਸ ਵੇਲੇ ਕੌਣ ਟੇਪ ਰਿਕਾਰਡਰ ਕਰੇਗਾ? ਕੋਈ ਉਹ ਤਾਂ ਵੱਡਾ, ਬਹੁਤ ਵੱਡਾ ਉਸ ਵੇਲੇ। ਪਰ ਕੋਈ ਖਬਰ ਤਾਂ ਨਹੀਂ ਛਪੀ ਉਦੋਂ? ਉਹ ਅਖਬਾਰ 'ਚ ਆਈ, ਬਸ ਉਹਨਾਂ ਨੇ ਆਪਣੀ ਕਿਤਾਬ 'ਚ ਲਿਖੀ ਹੈ। ਕਿਤਾਬ ਤੋਂ ਵੱਡੀ ਕੀ ਚੀਜ਼ ਹੋ ਜਾਏਗੀ? ਨਹੀਂ, ਜੇ ਉਦੋਂ ਜੇ ਰਿਪੋਰਟ ਹੁੰਦਾ ਤਾਂ ਸ਼ਾਇਦ ਅਖਬਾਰ ਛਪਦੀ। ਉਹ ਛਪਣਾ ਤਾਂ ਕੰਟਰੋਲ ਤਾਂ ਸ਼ਾਰਦਾ ਪ੍ਰਸ਼ਾਦ ਦੇ ਸੀ। ਅਖਬਾਰ ਸ਼ਾਰਦਾ ਪ੍ਰਸ਼ਾਦ ਕਿਉਂ ਛਪਣ ਦੇਏਗਾ? ਉਹ ਤਾਂ ਉਲਟੇ ਪਾਸੇ ਛਪਾਏਗਾ। ਮੈਂ ਤੁਹਾਨੂੰ ਲਿਖਿਆ ਹੀ ਹੈ, ਮੈਂ ਦੱਸਿਆ, ਪ੍ਰੂਫ ਦਿੱਤਾ ਉਹਦਾ। ਜਿਵੇਂ ਉਹਨਾਂ ਨੇ ਕਿਹਾ, ਤਿੰਨੇ ਘਟਨਾਵਾਂ ਨੇ ਜਿਹੜੀਆਂ ਤਿੰਨੇ ਜਿਹੜੇ ਲੋਕ ਨੇ, ਸਤੀਸ਼ ਜੈਕਬ, ਮਾਰਕ ਟੱਲੀ ਤੇ ਆਪਣਾ ਕੁਲਦੀਪ ਨਈਅਰ, ਤੇ ਇੱਕ ਹੋਰ ਕੋਈ ਜ਼ਿਕਰ ਜਿਹਦਾ ਚਾਵਲਾ, ਚਾਵਲਾ, ਉਹਦੇ ਬਾਰੇ ਤਾਂ ਛੁਪਾ ਜਾਂਦੇ ਚਾਰੇ ਬੰਦੇ, ਉਹਦੇ ਬਾਰੇ ਤਾਂ ਛੁਪਾ ਜਾਂਦੇ। ਤਿੰਨੇ ਚਾਰੇ ਬੰਦੇ ਕਹਿੰਦੇ ਚਾਵਲਾ ਹਲੇ ਜਿਉਂਦਾ। ਇਹਨਾਂ ਦੀ ਕੋਈ ਕ੍ਰੈਡੈਂਸ਼ੀਅਲ ਨਹੀਂ, ਇਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੈ ਪੱਤਰਕਾਰਾਂ ਦੀ। ਇਹ ਪੱਤਰਕਾਰਾਂ ਨੇ ਹਮੇਸ਼ਾ ਝੂਠ ਬੋਲਿਆ ਸਿੱਖਾਂ ਬਾਰੇ, ਤੇ ਤੁਸੀਂ ਉਹ ਝੂਠ ਦੇ ਉੱਤੇ ਇੱਕ ਨਵੀਂ ਬੁਨਿਆਦ ਘੜ ਕੇ। ਹਾਂ, ਇਹਦੇ 'ਚ ਇਹ ਹੈ ਕਿ ਮੈਂ ਹੁਣ ਕੁਲਦੀਪ ਨਾਇਰ ਦਾ ਤਾਂ ਹੋ ਗਈ ਗੱਲ, ਔਰ ਮਾਰਕ ਟੱਲੀ ਨੂੰ ਉਹ ਪ੍ਰੀਫੇਸ ਜਾਂ ਆਰਡੀਨਰੀ ਇੰਟਰੋਡਕਸ਼ਨ ਦੇ 2 ਲਾਈਨਾਂ ਪੜ੍ਹ ਰਹੇ ਨੇ। ਉਹ 2 ਲਾਈਨਾਂ ਤੁਸੀਂ ਫਿਰ ਸੁਣਨਾ, ਉਹ ਕਨਫਿਊਜ਼ਡ ਹੈ ਟੋਟਲੀ। ਮੈਂ ਸਿਰਫ ਜਿਹੜੀਆਂ ਕਿਤਾਬਾਂ, ਇਸ ਕਰਕੇ ਵੀ ਹੁਣ ਤੁਹਾਨੂੰ ਕਹਿ ਦੇਣਾ ਚਾਹੀਦਾ, ਕੋਸ਼ਿਸ਼ ਕੀਤੀ ਕਿ ਨੌਨ ਸਿੱਖ ਕਿਤਾਬਾਂ ਨੂੰ ਯੂਜ਼ ਕੀਤਾ ਜਾਵੇ। ਮੈਂ ਸਿੱਖ ਹਾਂ ਅਤੇ ਸਿੱਖਾਂ ਦੀ ਕਿਤਾਬਾਂ ਲਿਖੀ ਜਾਵਾਂ, ਉਹ ਕਹਿਣਗੇ ਜੀ ਸਿੱਖ ਇਕੱਠੇ ਹੋ ਗਏ, ਆ ਵੀ ਸਿੱਖ ਹੈ, ਆ ਵੀ, ਤਾਂ ਕਿ ਸਾਰੀ ਇੱਕ ਮਿਲ ਘੰਟ ਹੋ ਗਈ। ਅਤੇ ਮੈਂ ਸਿਰਫ ਉਹੀ ਚੀਜ਼ਾਂ ਯੂਜ਼ ਕੀਤੀਆਂ ਫੈਕਟਸ ਬਾਰੇ ਦੇ ਵਿੱਚ। ਮੈਂ ਉਹਨਾਂ ਦੇ ਵਿਊਜ਼ ਤੋਂ ਜਿੱਥੇ ਹੋਇਆ ਉਹਨਾਂ ਨੂੰ ਕੋਟ ਕਰ ਦਿੱਤਾ। ਅਤੇ ਚਾਵਲਾ ਤੇ ਤਾਂ ਬਹੁਤ ਕੁਛ ਲਿਖਿਆ। ਚਾਵਲਾ ਤਾਂ ਹਲੇ ਵੀ ਜਿਉਂਦਾ ਹੈ, ਚਾਵਲਾ ਹਲੇ ਵੀ ਲਿਖ ਸਕਦਾ, ਇਹਨਾਂ ਦੇ ਖਿਲਾਫ ਬੁਲਾ ਲੈਣ ਉਹਨੂੰ। ਚਾਵਲਾ ਤਾਂ ਬਹੁਤ ਕੁਛ ਕਿਹਾ, ਮੈਂ ਲਿਖਿਆ ਨਹੀਂ ਉਹਦੇ 'ਚ। ਕਿਸੇ ਦੇ ਸੋਰਸ ਕਿਵੇਂ ਨਹੀਂ ਹੋ ਸਕਦੇ? ਉਹ ਕਹਿੰਦੇ ਚੰਦੋਕ ਕਲਾਂ ਤੋਂ ਸੰਤਾਂ ਦਾ ਨਿਕਲਣਾ, ਸੰਤਾਂ ਦੇ, ਚਾਹੇ ਬੰਬਿਓ ਸੰਤ ਨਿਕਲੇ ਆਏ, ਸੰਤਾਂ ਦੇ ਕੋਈ ਇੰਡੀਪੈਂਡੈਂਟ ਸੋਰਸ ਨਹੀਂ ਹੋ ਸਕਦੇ। ਸੰਤ ਭਿੰਡਰਾਂ ਵਾਲੇ ਵੀ ਇੱਕ ਸ਼ਖਸੀਅਤ ਸੀ। ਹਰ ਇੱਕ ਆਮ ਬੰਦੇ ਦੇ ਵੀ ਸੋਰਸ ਬਣ ਜਾਂਦੇ ਨੇ, ਪੱਤਰਕਾਰਾਂ ਦੇ ਸੋਰਸ ਹੁੰਦੇ ਨੇ, ਅਫਸਰਾਂ ਦੇ ਹੁੰਦੇ ਨੇ। ਅਤੇ ਸੰਤ ਭਿੰਡਰਾਂ ਵਾਲੇ ਦੇ ਤਾਂ ਬਹੁਤ ਵੱਡੇ ਲੈਵਲ 'ਤੇ ਵਿਚਰ ਰਹੇ ਸੀ। ਉਹ ਆਪਦੇ ਸੋਰਸ ਦੀ ਇਨਫੋਰਮੇਸ਼ਨ ਦੇ ਜ਼ਰੀਏ ਕਿਉਂ ਨਹੀਂ ਨਿਕਲ ਸਕਦੇ ਚੰਦੋਕ ਕਲਾਂ ਤੋਂ? ਤੁਸੀਂ ਸਾਰੀ ਕਹਾਣੀ ਘੜਤੀ ਕਿ ਇਹਨੂੰ ਗਿਆਨੀ ਜੈਲ ਸਿੰਘ, ਭਜਨ ਲਾਲ। ਆਪਾਂ ਦਿਵਾਕਰ ਦਾਸ ਗੁਪਤਾ ਨੂੰ ਮੈਂ ਕੋਟ ਕੀਤਾ,
BSF 'ਚ ਡਾਇਰੈਕਟਰ ਸੀ, ਗੁਜ਼ਰ ਗਏ ਵਿਚਾਰੇ, ਬਹੁਤ ਕਰੀਬੀ ਦੋਸਤ, ਨੇੜੇ ਹੀ ਬਹਿੰਦੇ ਹੁੰਦੇ ਸੀਗੇ ਅਸੀਂ ਸਾਊਥ ਬਲਾਕ, ਉੱਥੇ BSF ਦਾ ਦਫ਼ਤਰ ਵੀ ਤਾਂ ਉਹਨੇ ਮੈਨੂੰ ਕਿਹਾ ਕਿ ਜੀ ਅਸੀਂ 5-6 ਚੈੱਕ ਪੋਸਟਾਂ 'ਤੇ ਉਹਨਾਂ ਨੇ ਕਿਹਾ ਜੀ ਪਿੰਡਾਂ ਵਾਲਾ ਗੁਜ਼ਰ ਰਿਹਾ, ਰੋਕ ਰਹੇ ਹਾਂ ਅਸੀਂ। ਹੋਮ ਮਿਨਿਸਟਰੀ ਕਹਿੰਦੇ ਸੀ ਨਾ ਜਾਣ ਦਿਓ। ਉਹ ਕਿਉਂ ਸੀ? ਜੇ ਚਲੋ ਛੱਡੋ ਸਾਰੀਆਂ ਚੀਜ਼ਾਂ ਗਲਤ, ਗਵਰਨਮੈਂਟ ਚਾਹੁੰਦੀ ਨਹੀਂ ਸੀ ਫੜਨਾ ਉਹਨੂੰ, ਹੁਣ ਵਾਪਸ ਜਾਓ। ਔਰ ਦਿੱਲੀ ਜਿਹੜੇ ਘੁੰਮ ਗਏ ਸਾਰੀ ਦਿੱਲੀ ਦੇ ਵਿੱਚ, ਮੈਂ ਤਾਂ ਖੁਦ ਦੇਖਿਆ, ਉੱਪਰ ਬੈਠੇ ਸੀ ਸੰਤ ਜੀ, ਇੱਧਰ ਖਿੜਕੀ ਦੇ ਨੀਚੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਾਹਮਣੇ ਮੈਂ ਕਿਸੇ ਨੂੰ ਮਿਲਣ ਗਿਆ ਸੀਗਾ, ਰੁਕ ਗਿਆ, ਪੁਲਿਸ ਨੇ ਰੋਕਤਾ। 2 ਬੱਸਾਂ ਜਾ ਰਹੀਆਂ ਸੀਗੀਆਂ ਔਰ ਉੱਪਰੋਂ ਲਾਊਡ ਸਪੀਕਰ 'ਚ ਕਹਿ ਰਹੀ ਸੀ, ਸਭ ਦੇ ਹੱਥਾਂ ਦੇ ਵਿੱਚ ਬੰਦੂਕ ਸੀ ਕਿ ਸੰਤ ਪਿੰਡਰਾਂ ਵਾਲੇ ਜੀ ਬਾਈ ਸੱਜੇ ਖੱਬੇ ਪਾਸੇ ਬੈਠੇ ਨੇ ਖਿੜਕੀ 'ਚ, ਦਰਸ਼ਨ ਕਰਨੇ ਤਾਂ ਦੇਖ ਲਓ। ਦਰਸ਼ਨ ਤਾਂ ਮੈਂ ਵੀ ਕੀਤੇ। ਉਹ ਉਹਨਾਂ ਨੂੰ ਕਨਾਟ ਪਲੇਸ ਵੱਲ ਦੀ ਲਿਆ ਗਿਆ ਤਾਂ ਕਿ ਹਿੰਦੂਆਂ ਦੇ ਦਿਲ 'ਚ ਦਹਿਸ਼ਤ ਪੈਦਾ ਹੋ ਜਾਏ। ਦੁਕਾਨਦਾਰ ਤਾਂ ਹਿੰਦੂ ਹੀ ਸੀ ਨਾ ਸਾਰੇ, ਕਨਾਟ ਪਲੇਸ ਵੱਲ। ਅਤੇ ਉਦੋਂ ਨਹੀਂ ਫੜਿਆ ਇਹਨਾਂ ਨੂੰ। ਬੰਬੇ ਤੋਂ ਮਤਲਬ ਤੁਸੀਂ ਸੋਚਦੇ ਹੋ ਕਿ ਉੱਥੋਂ ਸਿੱਧਾ ਬਗੈਰ ਕਿ ਪਤਾ ਲੱਗ ਜਾਏ ਗਵਰਨਮੈਂਟ ਤੋਂ ਆ ਜਾਣਗੇ ਜੇ ਫੜਨਾ ਚਾਹੁਣ, ਕਿਉਂ ਨਹੀਂ ਫੜਿਆ? ਐਵੇਂ ਮਤਲਬ ਠੀਕ ਹੈ। ਮੈਂ ਉਹ ਕਹਿੰਦੇ ਸੰਤਾਂ ਵਰਗੀ ਸ਼ਖਸੀ ਜਿਨ੍ਹਾਂ ਕੋਲ ਪੈਸਿਆਂ ਦੇ ਬਾਹਰ ਅਮੀਰ ਸਿੱਖ ਨੇ ਜਿਹੜੇ ਦੁਨੀਆ ਦੇ, ਉਹਨਾਂ ਦੇ ਪੈਰਾਂ 'ਚ ਆ ਕੇ ਬੈਠ ਰਹੇ ਨੇ, ਉਹਨਾਂ ਨੂੰ ਕੋਈ ਘਾਟ ਹੀ ਨਹੀਂ ਕਿਸੇ ਚੀਜ਼ ਦੀ। ਉਹ ਕਿਉਂ ਕੋਈ ਇੰਦਰਾ ਤੋਂ ਉਹਨਾਂ ਨੇ ਕੀ ਲੈਣਾ? ਇੰਦਰਾ ਤੋਂ ਉਹਨਾਂ ਨੇ ਲੈਣਾ ਕੀ ਸੀ? ਕੋਈ ਪੈਸਾ ਲੈਣਾ ਸੀ? ਉਹ ਔਰ ਇੰਟਰਵਿਊਆਂ ਲਈਆਂ, ਕਹਿੰਦੇ ਇੰਨੀ ਹਲਕੀ ਗੱਲ ਤੁਸੀਂ ਕੀਤੀ ਕਿ ਇੰਟਰਵਿਊ ਲਈ ਸਭ ਤੋਂ ਹਲਕੀ ਗੱਲ ਉਹਨਾਂ ਨੇ ਤੁਹਾਡੀ ਕਿਹਾ। ਉਦੋਂ ਤਾਂ ਉਹ ਥੋੜ੍ਹੀ ਅਨਨੋਨ ਐਂਟੀਟੀ ਸੀਗੇ। ਮਹਿਤਾ ਚੌਕ ਨੂੰ ਕੋਈ ਜਾਣਦਾ ਸੀ ਜਦੋਂ ਸ਼ੁਰੂ 'ਚ 78-79 'ਚ। ਇਹ ਤਾਂ ਇਹਨਾਂ ਕਰਕੇ ਹੀ ਮਹਿਤਾ ਚੌਕ ਉੱਪਰ ਆਇਆ। ਉਸ ਵੇਲੇ ਇੰਨੇ ਪੈਸੇ ਕੌਣ ਦਿੰਦਾ ਹੋਣਾ, ਕੌਣ? ਹੁਣ ਤਾਂ ਸਾਰੇ ਤਿਆਰ ਹੋਣਗੇ ਨਾ। ਤੇ ਉਦੋਂ ਸੰਤਾਂ ਨੂੰ ਦਾਨ ਪੁੰਨ ਤਾਂ ਉਦੋਂ ਕਰਦੇ ਸੀ। ਦਾਨ ਮਤਲਬ ਹੋਰ ਕੰਮ ਵੱਧ ਜੂਗਾ ਉਹਨਾਂ ਦਾ, ਉਹਨਾਂ ਦੀ ਫੌਜ ਜੋ ਕੁਛ ਕਰਨਾ ਹੈ। ਮਤਲਬ ਮੈਂ ਤਾਂ ਲੋਕ ਕਹਿ ਰਹੇ ਨੇ, ਮੈਂ ਥੋੜ੍ਹਾ ਕਹਿਣਾ ਹੀ ਦੇ ਰਹੇ ਨੇ, ਮੈਂ ਤਾਂ ਕੋਟ ਕਰ ਰਿਹਾ ਉਹਨਾਂ ਨੂੰ। ਮੈਂ ਚਾਹੇ ਗਲਤ ਹੈ ਜਾਂ ਸੱਚ ਹੈ, ਉਸ ਨੂੰ ਭਾਈ ਪੁੱਛ ਲਓ, ਤੁਸੀਂ ਕਮਲਨਾਥ ਨੂੰ ਪੁੱਛ ਲਓ ਭਾਈ ਕਿਹਾ ਕਿ ਨਹੀਂ ਕਿਹਾ। ਬਾਅਦ 'ਚ ਮੁੱਕਰ ਗਿਆ ਉਹ, ਹੈ ਨਾ, ਮਗਰ ਮੁੱਕਰੇਗਾ ਤਾਂ ਜ਼ਰੂਰ ਕਿਉਂਕਿ ਤਾਂ ਅਕਿਊਜ਼ਡ ਹੈ। ਜੇ ਉੱਥੇ ਮੰਨਦਾ ਤਾਂ ਅੱਗੇ ਵੀ ਮੰਨਣਾ ਪਊ ਜਾ ਕੇ। ਹਾਂ, ਇੱਕ ਉਹਨਾਂ ਨੇ ਕਿਹਾ ਜਿਹੜੀ ਤੁਸੀਂ ਥਿਊਰੀ ਘੜੀ ਹੈ ਕਿ ਜੀ ਇੱਕ ਸਪੈਸ਼ਲ ਫਰੰਟੀਅਰ ਫੋਰਸ ਆ ਜਿਹੜੀ ਉਹਨੇ ਇਹ ਕਰਨਾ ਸੀ, ਉਹ ਕਰਨਾ ਸੀ। ਉਹ ਕਹਿੰਦੇ ਇਹੀਆਂ ਬਥੇਰੀਆਂ ਪਾਲਿਸੀਆਂ ਬਣ ਗਈਆਂ, ਪਤਾ ਸੀ ਕਿ ਸੰਤਾਂ ਨੂੰ ਇੰਨਾ ਸੌਖਾ ਨਹੀਂ ਹੈ। ਸੰਤਾਂ ਦਾ ਇੱਕ ਮਾਸ ਬੇਸ ਆ, ਉਹਨਾਂ ਨੂੰ ਸਾਰਾ ਪੰਜਾਬ ਜਾਣਦਾ ਹੈ। ਇਹੋ ਜਿਹਾ ਕੁਛ ਕਰਨਗੇ ਤਾਂ ਪੰਗਾ ਪੈ ਜਾਊਗਾ। ਉਹਨਾਂ ਨੇ ਜਿਹੜਾ ਇਹ ਤਾਂ ਕਿਹਾ ਅਜਮੇਰ ਸਿੰਘ ਹੋਰਾਂ ਨੇ ਕਿ ਚੌਕ ਮਹਿਤਾ 'ਚ ਆਪਰੇਸ਼ਨ ਸੀਗਾ। ਚੌਕ ਮਹਿਤਾ 'ਚ ਤਾਂ ਕੁਛ ਵੀ ਨਹੀਂ ਸੀ, ਸਿਰਫ ਮੈਨੂੰ ਭੇਜਣ ਦਾ ਇਰਾਦਾ ਸੀਗਾ। ਉਹ ਬਾਅਦ ਵਿੱਚ ਸਾਡਾ ਇੱਕ ਹੋਰ ਅਫਸਰ ਭੇਜਤਾ। ਉਹ ਵੀ ਮੈਂ ਦੱਸਿਆ ਕਿ ਉੱਥੇ ਤਾਂ ਭੇਜਣਾ ਚਾਹੀਦਾ ਸੀ ਬਹੁਤ ਜੂਨੀਅਰ ਲੜਕਾ, ਕੋਈ ਬੰਦਾ ਜਿਹੜਾ ਕਿ ਪਛਾਣਿਆ ਹੀ ਨਾ ਜਾਵੇ। ਮੈਨੂੰ ਭੇਜ ਕੇ ਤਾਂ ਉਹ ਡਰਾਉਣ ਵਾਲੀ ਗੱਲ ਸੀਗੀ। ਇਹ ਹੋਇਆ ਆਪਰੇਸ਼ਨ ਅਪ੍ਰੈਲ 1984, ਜਿਹਦੇ 'ਚ ਮੈਂ ਇੱਕ ਚੈਪਟਰ ਪੂਰਾ ਲਿਖਿਆ। ਉਹਦੇ 'ਚ ਸਾਰੀ ਉੱਥੇ ਰੌਲਾ ਪਿਆ, ਉੱਥੇ ਸਾਰਾ ਬ੍ਰਿਟਿਸ਼ ਪਾਰਲੀਮੈਂਟ ਇਹ ਸਾਰੀ ਚੀਜ਼ ਖੜੀ ਹੋਈ ਕਿ ਤੁਸੀਂ SAS ਭੇਜਿਆ ਕਿਉਂ? ਉੱਥੇ ਕਿਹਾ ਗਿਆ ਤੁਸੀਂ SAS ਬਲੂ ਸਟਾਰ ਵਾਸਤੇ ਭੇਜਿਆ, ਜਿਹੜਾ ਕਿ ਨਹੀਂ ਭੇਜਿਆ ਸੀਗਾ, ਇਹ ਆਪਰੇਸ਼ਨ ਵਾਸਤੇ ਭੇਜਿਆ ਸੀ। ਉਹ ਤਾਂ ਸਾਰਾ ਬ੍ਰਿਟਿਸ਼ ਪ੍ਰੈਸ ਭਰਿਆ ਪਿਆ ਇਸ ਚੀਜ਼ ਨਾਲ। ਉਹ ਪੜ੍ਹਨ ਮੈਂ ਸਾਰਾ ਦਿੱਤੇ ਨੇ ਰੈਫਰੈਂਸ। ਉਹਦੇ 'ਚ ਸੰਦੀਪ ਪੁਨੀਥਨ ਨੇ, ਜਿਹੜਾ ਕਿ ਅੱਜ ਕੱਲ੍ਹ ਇੰਡੀਆ ਟੂਡੇ ਦੇ ਚੀਫ ਐਡੀਟਰ ਨੇ, ਉਹਨੇ ਕਿਤਾਬ ਲਿਖਿਆ ਆਪਰੇਸ਼ਨ ਸਨਡਾਊਨ ਦੇ ਨਾਂ ਦੇ ਉੱਤੇ। ਉਹਨੂੰ ਬਹੁਤ ਕੁਛ ਉਹਨੇ ਠੀਕ ਲਿਖਿਆ, ਮਗਰ ਇਹ ਲਿਖ ਦਿੱਤਾ ਕਿ ਉਹਨੂੰ ਪਤਾ ਕਰਨਾ ਸੀ, ਉਹਨੂੰ ਫੜਨਾ ਸੀ ਗੁਰੂ ਨਾਨਕ ਨਿਵਾਸ 'ਚ। ਪਰ ਉਸ ਵੇਲੇ ਤੱਕ ਉਹ ਅਕਾਲ ਤਖਤ 'ਚ ਪਹੁੰਚ ਗਿਆ ਸੀ ਪਿੰਡਰਾਂ ਵਾਲੇ। ਫੜਨਾ ਸੀ ਲੰਗਰ ਰੂਪ ਤੋਂ, ਬਾਕੀ ਸਾਰੀਆਂ ਚੀਜ਼ਾਂ ਠੀਕ ਸੀਗੀਆਂ। ਮੈਂ ਥੋੜ੍ਹਾ ਲਿਖਿਆ, ਉਹਨੇ ਲਿਖਿਆ। ਉਹਨੂੰ ਪੁੱਛ ਲਓ ਭਾਈ ਤੈਨੂੰ ਕਿੱਥੋਂ ਪਤਾ ਲੱਗਿਆ? ਮੈਂ ਤਾਂ ਸਿਰਫ ਨਿਗਰਾਨੀ ਸਾਹਿਬ ਬੜੇ ਸੀਨੀਅਰ ਅਫਸਰ ਜਿਨ੍ਹਾਂ ਨੇ NSC ਖੜੀ ਕੀਤੀ ਉਹਨਾਂ ਤੋਂ ਪੁੱਛਿਆ। ਜਿਹੜਾ ਕਿ BBC ਇੰਟਰਵਿਊ ਕੀਤੀ ਮੇਰੇ ਨਾਲ, ਉਹਨਾਂ ਨੇ ਹਿੰਦੀ ਦੀ ਇੰਟਰਵਿਊ ਸਾਰਾ ਕੁਝ ਇਸੇ ਉੱਤੇ BBC ਨੇ ਮੈਨੂੰ ਪੁੱਛਿਆ। ਉਹ ਦੇਖ ਲੈਣ। ਅਜਮੇਰ ਸਿੰਘ ਹੋਰੀ ਇਹ ਵੀ ਕਹਿੰਦੇ ਨੇ ਕਿ ਤੁਸੀਂ ਤਾਂ ਸਵਰਨ ਸਿੰਘ ਜਿਹੜੇ 23 ਸਾਲ ਵਜ਼ਾਰਤ 'ਚ ਰਹੇ, ਉਹਨਾਂ ਦੇ ਜਵਾਈ ਹੋਗੇ, ਤੁਹਾਡੇ ਸਹੁਰਾ ਸਾਹਿਬ ਨੇ, ਉਹ ਤੁਹਾਡੇ ਤੋਂ ਉਹਨਾਂ ਦਾ ਪ੍ਰਭਾਵ ਆ। ਤੁਸੀਂ ਤਾਂ ਉਨੇ ਕੁ ਦਾਇਰੇ 'ਚ ਹੀ ਸੋਚ ਸਕਦੇ ਹੋ। ਤੁਸੀਂ ਕਿਉਂ ਦੂਜੀ ਤਰ੍ਹਾਂ ਸੋਚੋਗੇ? ਤੁਸੀਂ ਤਾਂ ਉਵੇਂ ਸੋਚੋਗੇ ਜਿਵੇਂ ਉਹ। ਮੈਂ ਤਾਂ ਮੇਰੇ ਨਾਲ ਤਾਂ ਉਹਨਾਂ ਨੂੰ ਮੈਂ ਕਿਹਾ ਸੀਗਾ ਤੁਸੀਂ ਕੁਛ ਨਹੀਂ ਕਰ ਸਕਦੇ। ਦੂਸਰੀ ਚੀਜ਼, ਮੇਰਾ ਆਪਣਾ ਕੈਰੀਅਰ ਮੈਂ ਕਿਸੇ ਦੀ ਸਿਫਾਰਿਸ਼ 'ਤੇ ਨਹੀਂ ਬਣਾਇਆ ਜ਼ਿੰਦਗੀ 'ਚ, ਆਪਣੇ ਬਲਬੂਤੇ 'ਤੇ ਚੱਲਿਆ। ਮੈਂ ਆਪਣੇ ਬੈਚ ਦਾ ਬੈਸਟ ਟ੍ਰੇਨਿੰਗ ਸੀ। ਉਦੋਂ ਤੱਕ ਮੇਰੇ ਰਿਕਾਰਡ ਸੀ ਮੈਡਲਸ। 1964 ਤੱਕ ਕਿਸੇ ਦੇ ਇੰਨੇ ਨਹੀਂ ਆਏ ਸੀਗੇ। ਇੱਥੇ ਵੀ ਆਪਣੇ ਬਲਬੂਤੇ 'ਤੇ ਕੰਮ ਚਲਾਇਆ। ਨਹੀਂ ਤਾਂ ਮੇਰੇ ਵਰਗਾ ਬੰਦਾ ਜਿਹੜਾ ਪ੍ਰੋਟੈਸਟ ਕਰੇ, ਸੱਤਿਆਗ੍ਰਹਿ 'ਤੇ ਬਹਿ ਜੇ, ਉਹ ਰਹਿ ਸਕਦਾ, ਨੌਕਰੀ 'ਚ ਨਹੀਂ ਰਹਿ ਸਕਦਾ। ਉਹ ਕਿਉਂ ਰੱਖਿਆ ਮੈਨੂੰ? ਹੋ ਸਕਦਾ ਮੇਰੇ 'ਚ ਕੁਝ ਗੁਣ ਹੋਣ, ਕੁਛ ਤਾਂ ਗੁਣ ਅਜਮੇਰ ਸਿੰਘ ਜੀ ਨੇ ਮੇਰੇ ਲੱਭੇ। ਕੁਛ ਹੋ ਸਕਦਾ ਹੈ ਕਿ ਹੌਲੀ ਹੌਲੀ ਹੋਰ ਪਤਾ ਲੱਗ ਜਾਏ ਉਹਨਾਂ ਨੂੰ। ਮੈਨੂੰ ਤਾਂ ਬੜੇ ਸਮਝਦਾਰ ਬੰਦੇ, ਮਤਲਬ ਬਹੁਤ ਅੱਛੀ ਤਰ੍ਹਾਂ ਪੇਸ਼ ਕਰਦੇ ਨੇ ਆਪਣਾ ਵਿਊ। ਹੋ ਸਕਦਾ ਮੈਨੂੰ ਉਹਨਾਂ ਚੰਗੀ ਤਰ੍ਹਾਂ ਬੋਲਣ ਆ ਜਾਏ, ਚੰਗਾ ਲੱਗੇ, ਤੁਸੀਂ ਉਹ ਵੀ ਮੰਨ ਜਾਓ, ਮੇਰਾ ਕਹਿਣਾ ਵੀ ਮੰਨਣ ਲੱਗ ਜਾਓ।
ਮੈਂ ਤਾਂ ਫੈਕਟਸ ਦਿੱਤੇ ਨੇ, ਫੈਕਟਸ ਦਿੱਤੇ ਉਹਨੂੰ ਕੰਡੋਨ ਇਹਦਾ ਜਵਾਬ ਕੀ ਜਿਹੜਾ ਉਹ ਕਹਿੰਦੇ ਨੇ ਕਿ ਤੁਸੀਂ ਰਾਸ਼ਟਰਵਾਦੀ ਸਿੱਖ ਹੋਗੇ। ਰਾਸ਼ਟਰਵਾਦੀ ਸਿੱਖਾਂ ਨੂੰ ਤਾਂ ਇਹੀ ਉਹਨਾਂ ਦਾ ਐਂਗਲ ਰਹੂਗਾ। ਪਹਿਲੀ ਗੱਲ ਤਾਂ ਹੈ ਨਾ ਕਿ ਹਰ ਚੀਜ਼ ਬਾਰੇ ਇੱਕ ਪਰਸਪੈਕਟਿਵ ਆ, ਤੁਹਾਡੇ ਸੋਚਣ ਦਾ ਇੱਕ ਤਰੀਕਾ, ਤੁਸੀਂ ਸੋਚਣਾ ਕਿਵੇਂ ਸ਼ੁਰੂ ਕਰਦੇ ਹੋ। ਕੋਈ ਵਿਕਟਮ ਵਾਂਗੂ ਸੋਚਣਾ ਸ਼ੁਰੂ ਕਰ ਰਿਹਾ, ਕੋਈ ਸਟੇਟ ਦਾ ਹਿੱਸਾ ਬਣ ਕੇ ਸੋਚਣਾ ਸ਼ੁਰੂ ਕਰ ਰਿਹਾ। ਤੁਸੀਂ ਸਟੇਟ ਦਾ ਹਿੱਸਾ ਹੋ, ਤੁਸੀਂ ਰਾਸ਼ਟਰਵਾਦੀ ਸਿੱਖ ਹੋ, ਤੁਸੀਂ ਤਾਂ ਹੀ ਸੋਚੋਗੇ ਜਿਵੇਂ ਕਿਤਾਬ ਲਿਖੀ ਹੈਗੀ। ਰਾਸ਼ਟਰਵਾਦੀ ਹੋਣਾ, ਇੱਕ ਆਪਣੇ ਮੁਲਕ ਦੇ ਬਾਰੇ ਪ੍ਰੇਮ ਕਰਨਾ, ਇਹ ਤਾਂ ਬੇਸਿਕ ਚੀਜ਼ ਹੈ ਨਾ, ਜਿਹੜਾ ਕਿ ਇੰਟੈਲੀਜੈਂਸ ਏਜੰਸੀ 'ਚ ਜਾਂ ਹਰ ਆਦਮੀ 'ਚ ਹੋਣਾ ਚਾਹੀਦਾ। ਤੁਸੀਂ ਆਪਣੇ ਦੇਸ਼ ਦਰੋਹੀ ਨਹੀਂ ਹੋ ਸਕਦੇ। ਰਾਸ਼ਟਰਵਾਦੀ ਦਾ ਉਲਟ ਦੇਸ਼ ਦਰੋਹੀ ਹੋ ਸਕਦਾ ਨਾ ਉਹ। ਅਤੇ ਦੇਸ਼ ਦਰੋਹੀ ਹੋ ਕੇ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਵੀ ਸਿੱਖ ਇੱਕ ਦੇਸ਼ ਨੂੰ ਐਕਸੈਪਟ ਕਰ ਲੇ ਆਪਣਾ ਘਰ, ਉਹ ਦੇਸ਼ ਦਰੋਹੀ ਹੋ ਸਕਦਾ। ਉਹ ਸਿੱਖ 'ਚ ਕੁਛ ਉਹ ਕਹਿੰਦੇ ਕਿਸੇ ਮੂਵਮੈਂਟ ਦਾ ਜਦੋਂ ਐਨਾਲਿਸਿਸ ਕਰ ਰਹੇ ਹੋ, ਉਹ ਮੂਵਮੈਂਟ ਤੇ ਸਟਰੀਟ ਦੇ ਨਾਲ ਲੜ ਰਹੀ ਸੀ, ਤਾਂ ਕੋਈ ਦੋ ਰਾਹ ਹੀ ਨਹੀਂ ਹੈਗੀ, ਤਾਂ ਓਬਵੀਅਸਲੀ ਤੁਹਾਡਾ ਫਿਰ ਇੱਕ ਪੱਖ ਹੋਊਗਾ, ਤੁਸੀਂ ਉਹ ਪੱਖ ਪੇਸ਼ ਕਰ ਰਹੇ ਹੋ। ਉਹ ਗੱਲ ਉਹ ਨਹੀਂ ਹੈਗੀ ਜਿਹੜੀ ਇੱਕ ਫੈਕਟ ਐਂਡ ਫਿਗਰ ਦੇ ਉੱਤੇ ਰੀਅਲ ਗੱਲ ਹੋਵੇ। ਇਹ ਨਹੀਂ ਉਹਨਾਂ ਨੂੰ ਇਤਰਾਜ਼ ਹੈਗਾ। ਉਹ ਕਹਿੰਦੇ ਆ ਕਿ ਜਦੋਂ ਤੁਹਾਡਾ ਉਹ ਪਰਸਪੈਕਟਿਵ ਆ, ਜਦੋਂ ਤੁਸੀਂ ਨੈਸ਼ਨਲਿਸਟਿਕ ਪਰਸਪੈਕਟਿਵ ਤੋਂ ਲਿਖ ਰਹੇ ਹੋ, ਇੱਕ ਮੂਵਮੈਂਟ ਦਾ ਐਨਾਲਿਸਿਸ ਕਰ ਰਹੇ ਹੋ, ਇੱਕ ਮੂਵਮੈਂਟ ਦੇ ਵੱਡੇ ਕਿਰਦਾਰ ਦਾ ਕਰ ਰਹੇ ਹੋ, ਤਾਂ ਓਬਵੀਅਸਲੀ ਇਹ ਤੁਹਾਡੇ ਬਾਇਸਸ ਹੋਣਗੇ, ਤੁਹਾਡੇ ਅੰਦਰ ਪ੍ਰੈਜੁਡਿਸਿਸ ਹੋਣ। ਕਿੰਨੀ ਵਾਰ ਉਹਨਾਂ ਨੇ ਸ਼ਬਦ ਵਰਤਿਆ ਹੈਗਾ, ਕਿੰਨੇ ਭਰੇ ਪਏ ਨੇ ਸਿੱਧੂ ਸਾਹਿਬ। ਕੋਈ ਬਾਇਸ ਨਹੀਂ ਮੇਰੇ 'ਚ। ਮੈਂ ਤਾਂ ਬਾਈ ਇਹ ਦੱਸਣਾ ਚਾਹੁੰਦਾ ਕਿ ਵੀ ਸਿੱਖਾਂ ਨਾਲ ਕੀ ਹੋਈ, ਕੌਣ ਆਦਮੀ ਜ਼ਿੰਮੇਦਾਰ ਸੀਗਾ। ਇਹ ਸਿੱਖਾਂ ਦੇ ਵਿੱਚੋਂ ਵੀ ਲੋਕ ਜ਼ਿੰਮੇਦਾਰ ਸੀਗੇ, ਗਵਰਨਮੈਂਟ ਵੀ ਲੋਕ ਵੀ ਜ਼ਿੰਮੇਦਾਰ ਸੀ, ਸਾਰੇ। ਇੱਕ ਉਹ ਟ੍ਰੈਜਿਕ ਚੀਜ਼ ਹੈ। ਇਹ ਲਿਖਣਾ ਬਹੁਤ ਸੌਖਾ ਨਹੀਂ ਹੈ ਜਿਹੜਾ ਲਿਖਿਆ ਹੈ ਮੈਂ। ਇਹ ਕਹਿਣਾ ਕਿ ਮੈਂ ਖੁਸ਼ੀ 'ਚ ਲਿਖਿਆ, ਬੁਰਾ ਲੱਗਿਆ ਲਿਖਣ ਦਾ, ਮਗਰ ਲਿਖਣਾ ਮੈਂ ਸ਼ੇਅਰ ਕਰਨਾ ਜ਼ਰੂਰੀ ਸੀ। ਜਿਹੜਾ ਮੈਂ ਸੱਚ ਲਿਖਿਆ, ਅਗਰ ਉਹਨਾਂ ਕੋਲ ਹੋਰ ਸੱਚ ਹੈ ਤਾਂ ਲਿਖ ਦੇਣ, ਕਿਤਾਬ ਹੋਰ ਲਿਖ ਦੇਣ। ਇੱਕ ਪਾਂਡੇ ਦੀ ਵੀ ਕਿਤਾਬ ਪੜ੍ਹ ਲੈਣ, ਆਹ ਵੀ ਪੜ੍ਹ ਲੈਣ, ਲਿਖ ਦੇਣ। ਟਾਈਮ ਆ ਗਿਆ ਤਾਂ ਜ਼ਰੂਰ ਲਿਖਣਾ। ਉਹ ਤਾਂ ਕਹਿੰਦੇ ਲਿਖਣਾ ਚਾਹੀਦਾ। ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਹੈ ਕਿਤਾਬ, ਇੰਨਾ ਨੁਕਸਾਨ ਕਰ ਰਹੀ ਹੈ। ਮੈਨੂੰ ਤਾਂ ਪਤਾ ਨਹੀਂ, ਸੱਚ ਬੋਲਣ ਨਾਲ ਜੇ ਕਿਸੇ ਦਾ ਨੁਕਸਾਨ ਨਹੀਂ, ਮੈਂ ਤਾਂ ਫਾਇਦੇ ਵਾਸਤੇ ਲਿਖਿਆ, ਨੁਕਸਾਨ ਵਾਸਤੇ ਥੋੜ੍ਹਾ। ਹੋ ਸਕਦਾ ਉਹਨਾਂ ਨੂੰ ਨੁਕਸਾਨ ਕਰ ਰਿਹਾ ਹੋਵੇ, ਜਿਹੜੀ ਕਿ ਆਪਣਾ ਇੱਕ ਵਿਚਾਰ ਅੱਗੇ ਵਧਾਉਣਾ ਚਾਹੁੰਦੇ ਹੋਣ। ਖਾਲਿਸਤਾਨੀਆਂ ਨੂੰ ਤਾਂ ਕਰੇਗੀ ਇਹ। ਜਿਹੜੇ ਖਾਲਿਸਤਾਨੀ ਬੈਠੇ ਨੇ ਨਾ ਬਾਹਰ, ਉਹਨਾਂ ਨੇ ਤਾਂ ਮੈਨੂੰ ਧਮਕੀ ਵੀ ਦਿੱਤੀ ਆਪਣੀ ਟੀਵੀ 'ਤੇ ਕਿ ਵੀ ਆਹ ਖਾਲਿਸਤਾਨੀ। ਉਹਨਾਂ ਦਾ ਇੱਕ ਹੈਗਾ ਕੋਈ ਟੀਵੀ ਚੱਲਦੀ ਹੈ ਪਤਾ ਨਹੀਂ ਕੈਨੇਡਾ 'ਚ, ਉਹਨਾਂ ਨੇ ਤਾਂ ਕਿਹਾ ਕਿ ਸਿੱਧੂ ਜਿਹੜਾ ਹੈਗਾ ਉਹ ਸੁਮੇਧ ਸੈਣੀ ਅਤੇ KPS ਗਿੱਲ ਨਾਲੋਂ ਵੀ ਜ਼ਿਆਦਾ ਡੇਂਜਰਸ ਹੈ। ਪਤਾ ਨਹੀਂ ਮੈਂ ਕਿਵੇਂ ਡੇਂਜਰਸ ਹਾਂ। ਮੈਨੂੰ ਤੁਸੀਂ ਲੱਗਦਾ ਕਿ ਮੈਂ KPS ਗਿੱਲ ਵਰਗੇ ਜਾਂ ਸੁਮੇਧ ਸੈਣੀ ਵਰਗਾ ਬੰਦਾ। ਮੈਂ ਤਾਂ ਕਿਤਾਬ ਲਿਖ ਕੇ ਬੈਠਾ ਆਪਣੇ ਘਰੇ, ਆਪਣਾ ਕੰਮ ਕਰ ਰਿਹਾ, ਹੋਰ ਕੀ। ਅਕਾਲੀਆਂ ਬਾਰੇ ਵੀ ਉਹਨਾਂ ਨੇ ਕਿਹਾ ਕਿ ਜਿਵੇਂ ਤੁਸੀਂ ਉੱਥੇ ਪੇਂਟ ਕਰ ਰਹੇ ਹੋ ਸਾਰਾ ਆਪਦੀ ਕਿਤਾਬ ਦੇ ਅੰਦਰ, ਕਿ ਜੀ ਅਕਾਲੀਆਂ ਦਾ ਤਾਂ ਬੜਾ ਉਹ ਸੀਗਾ, ਕੋਸ਼ਿਸ਼ਾਂ ਕਹਿੰਦੇ ਵੀ ਜਿਵੇਂ ਪਹਿਲਾਂ ਕਿਹਾ ਗਿਆ ਕਿ ਅਕਾਲੀ ਹੀ ਜ਼ਿੰਮੇਵਾਰ ਨੇ, ਜਾਂ ਅਕਾਲੀਆਂ ਨੇ ਇਹ ਕੀਤਾ, ਅਕਾਲੀਆਂ ਦਾ ਰਿਫਟ ਕਰਕੇ ਸਾਰਾ ਕੁਝ ਹੋਇਆ। ਰਿਫਟ ਦੇਖੋ, ਅਕਾਲੀਆਂ 'ਚ ਤਾਂ ਕਹਿਣਾ ਗੱਲ ਹੈ ਕਿ ਟੀਮ ਸਾਰੀ ਇਕੱਠੀ ਸੀ, ਹਰ ਆਦਮੀ ਚੀਫ ਮਿਨਿਸਟਰ ਬਣਨਾ ਚਾਹੁੰਦਾ ਸੀ। ਦੋ ਦਿਨ ਪੋਲੀਟਿਕਸ ਅੱਜ ਕੱਲ੍ਹ ਵੀ ਸਾਰੇ ਕੋਈ ਪੜ੍ਹ ਲਓ, ਅੱਜ ਕੱਲ੍ਹ ਦੇ ਅਕਾਲੀ ਪੜ੍ਹ ਲਓ ਜਾਂ ਪੁਰਾਣੇ, ਕੋਈ ਵੀ ਟੀਮ ਕਿਸੇ ਵੀ ਪਾਰਟੀ 'ਚ ਪੋਲੀਟੀਕਲ ਪਾਰਟੀ ਜੁਆਇਨ ਕਿਉਂ ਕਰਦਾ? ਆਪਣੇ ਆਪ ਨੂੰ ਉੱਪਰ ਲਿਜਾਣ ਵਾਸਤੇ। ਕੁਛ ਆਦਮੀ ਜਿਹੜੇ ਨੇ, ਮੈਂ ਇਹ ਵੀ ਲਿਖਿਆ ਕਿ ਗਵਰਨਮੈਂਟ ਜਾਂ ਇੰਟੈਲੀਜੈਂਸ ਏਜੰਸੀ ਦੇ ਮਦਦ ਨਾਲ ਉੱਪਰ ਆ ਜਾਂਦੇ ਨੇ। ਉਹਨਾਂ ਦਾ ਕੈਰੀਅਰ ਬਹੁਤਾ ਮੁਸ਼ਕਿਲ ਨਹੀਂ ਪਛਾਣਨਾ ਕੌਣ ਬੰਦੇ ਨੇ ਉਹ। ਜੇ ਤੁਸੀਂ ਓਵਰ ਏ ਪੀਰੀਅਡ ਇੱਕ ਬਣਾ ਲਓ ਲਿਸਟ ਕਿ ਵੀ ਇਹ ਬੰਦਾ ਕੱਲ੍ਹ ਤਾਂ ਇਸ ਤਰ੍ਹਾਂ ਸੀ, ਅੱਜ ਔਰ ਉਹ ਕਦੇ ਫੜੇ ਨਹੀਂ ਜਾਂਦੇ। ਉਹਨਾਂ ਦਾ ਜਦੋਂ ਕੰਮ ਹੁੰਦਾ ਉਹ ਬਾਹਰ ਹੁੰਦੇ ਨੇ, ਜਦੋਂ ਮੌਕਾ ਹੋਵੇ ਫੜਨ ਦਾ। ਬੰਦੇ ਸੌਖੇ ਨੇ, ਇਸ ਤਰ੍ਹਾਂ ਪੜ੍ਹਨਾ ਥੋੜ੍ਹਾ ਮੁਸ਼ਕਿਲ ਹੈ ਕੋਈ। ਮੈਂ ਇਹ ਵੀ ਲਿਖਿਆ ਕਿ ਬਲਵੰਤ ਸਿੰਘ ਨੇ 4 ਫਰਵਰੀ 1984 'ਚ ਜਦੋਂ ਇਹ ਲੌਂਗੋਵਾਲ ਐਂਡ ਬਾਕੀ ਕੰਪਨੀਆਂ ਦੀ ਮੀਟਿੰਗ ਹੋ ਰਹੀ ਸੀਗੀ ਕਿ ਚਲੋ ਵੀ ਤੰਗ ਆ ਕੇ ਮੋਰਚਾ ਵਾਪਸ ਲੈ ਲਓ, ਬਲਵੰਤ ਸਿੰਘ ਨੇ ਕਿਹਾ ਬਈ ਇੰਨੀ ਸੈਕਰੀਫਾਈਸਿਸ ਹੋਈਆਂ ਨੇ ਤਾਂ ਤੁਸੀਂ ਮੋਰਚਾ ਹੁਣ ਵਾਪਸ ਕਿਉਂ ਲੈ ਰਹੇ ਹੋ? ਇਹ ਕਹਿ ਰਿਹਾ ਕਿ ਚਾਵਲਾ ਨੇ ਲਿਖਿਆ ਕਿ ਬਲਵੰਤ ਸਿੰਘ ਨੂੰ ਪੀਸੀ ਅਲੈਗਜ਼ੈਂਡਰ ਨੇ ਕੁਝ ਕਰੋੜ ਦਾ ਲੋਨ ਦਿੱਤਾ ਸੀ। ਉਹ ਗਵਰਨਮੈਂਟ ਦਾ ਪੱਖ ਕਰਦਾ ਸੀ। ਉਹ ਇਹ ਤਾਂ ਲਿਖਿਆ ਮੈਂ। ਜਿਹੜਾ ਬਾਕੀਆਂ ਨੂੰ ਕੋਟ ਕੀਤਾ ਮੈਨੂੰ ਤਾਂ ਪਤਾ ਨਹੀਂ। ਮੈਂ ਤਾਂ ਬਲਵੰਤ ਸਿੰਘ ਨੂੰ ਕਦੇ ਸ਼ਾਇਦ ਮਿਲਿਆ ਹੀ ਨਾ ਹੋਵਾਂ, ਨਾ ਬਾਦਲ ਸਾਹਿਬ। ਮੈਂ ਆਪਣੇ ਘਰੇ ਰਿਹਾ, ਨਾ ਪੋਲੀਟੀਸ਼ੀਅਨ ਨਾਲ ਕਿਤੇ ਮੁਲਾਕਾਤ ਹੋਈ ਮੇਰੀ। ਬਹੁਤ ਚਾਂਸਿਸ ਸੀ ਪੋਲੀਟਿਕਸ ਜਾਣ ਦੇ। ਮੈਂ ਸੋਚਿਆ ਆਹੀ ਜ਼ਿੰਦਗੀ ਇਮਾਨਦਾਰ ਹੀ ਹੈ, ਬੜੀ ਮੁਸ਼ਕਿਲ ਨਾਲ IPS 'ਚ ਆਏ, ਇੱਥੇ ਨੌਕਰੀ ਕਰੋ, ਹੈ ਨਾ। ਪਰ ਇਹ ਵੀ ਕਿ ਚਲੋ ਉਦੋਂ ਤਾਂ ਉਹ ਕਹਿੰਦੇ ਮੰਨ ਲਿਆ ਵੀ ਉਦੋਂ ਤੁਹਾਨੂੰ ਨਹੀਂ ਸਮਝ ਆਇਆ ਹੋਣਾ, ਜਿਵੇਂ ਉਹ ਕਹਿੰਦੇ ਵੀ ਜੇ ਪ੍ਰੋਫੈਸਰ ਹੁੰਦੇ ਤੁਸੀਂ ਬਹੁਤ ਵਧੀਆ ਸਮਝ ਆਉਂਦੇ। ਮੈਂ ਖੁਸ਼ ਰਹਿਣਾ ਸੀ ਕਿਉਂਕਿ ਤੁਹਾਡੀ ਇੰਟੈਗ੍ਰਿਟੀ ਹੋਰ ਤਰ੍ਹਾਂ ਦੀ ਹੁੰਦੀ। ਹੁਣ ਤੁਹਾਡੀ ਇੰਟੈਗ੍ਰਿਟੀ ਹੋਰ ਤਰ੍ਹਾਂ ਦੀ ਹੈਗੀ। ਹੁਣ ਤਾਂ ਨੰਗੇ ਚਿੱਟੇ ਰੂਪ 'ਚ ਕਹਿੰਦੇ ਹਿੰਦੂ ਰਾਸ਼ਟਰ ਦੀ ਗੱਲ ਹੋ ਰਹੀ ਹੈ। ਅਸਿਮੀਲੇਸ਼ਨ ਆਫ ਸਿੱਖਸ, ਕਿ ਸਿੱਖਾਂ ਨੂੰ ਇੰਡੀਅਨ ਸਟੇਟ ਅਸਿਮੀਲੇਟ ਕਰਨਾ ਚਾਹੁੰਦੀ ਹੈ। ਜਿਵੇਂ ਕਹਿੰਦੇ ਤੁਸੀਂ ਵੀ ਸਾਰਾ ਜ਼ੋਰ ਇਹ ਲਾ ਦਿੰਦੇ ਹੋ ਵੀ ਜਿਵੇਂ ਹਿੰਦੂਆਂ ਨਾਲ ਅਸੀਂ ਕੋਈ ਗੜਬੜ ਕਰਤੀ, ਸਿੱਖਾਂ ਨੇ ਗੜਬੜ ਕਰਤੀ। ਜਿਵੇਂ ਜਦੋਂ ਕਿ ਵਿਕਟਮ ਉਹ ਕਹਿੰਦੇ ਸਿੱਖ ਨੇ, ਅਤੇ ਤੁਸੀਂ ਉੱਥੇ
ਉਹ ਜਿਹੜਾ ਹੈਗਾ ਤੁਸੀਂ ਹੁਣ ਤਾਂ ਨੰਗੇ ਚਿੱਟੇ ਰੂਪ 'ਚ ਗੱਲਾਂ ਆ ਰਹੀਆਂ ਨੇ ਕਿ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ, ਉਹ ਕਹਿੰਦੇ ਪ੍ਰੋਜੈਕਟ ਉਹ ਸੀਗਾ, ਉਹ ਗੱਲ ਉਹ ਤੁਸੀਂ ਸਾਰੀ ਇਗਨੋਰ ਕਰ ਮੈਂ ਜਾਂਦੇ। ਜੈਸੇ ਇਗਨੋਰ ਕਿਉਂ, ਮੇਰੀ ਕਿਤਾਬ ਤੋਂ ਬਾਹਰ ਦੀਆਂ ਗੱਲਾਂ ਨੇ ਸਾਰੀਆਂ ਇਹ। ਮੈਂ ਤਾਂ ਉਹੀ ਚੀਜ਼ ਕਹਿ ਸਕਦਾ ਜਿਹੜੀ ਕਿਤਾਬ 'ਚ ਹੋਵੇ। ਕੀ ਹੋ ਰਿਹਾ ਅੱਜ ਕੱਲ੍ਹ, ਮੈਂ ਕੋਈ ਪੋਲੀਟੀਸ਼ੀਅਨ ਨਹੀਂ, ਨਾ ਹੀ ਮੈਂ ਕਿਸੇ ਨੂੰ ਬਲੇਮ ਕਰਦਾ। ਇਹ ਉਦੋਂ ਵੀ ਕਹਿੰਦੇ ਆ, ਉਹ ਕਹਿੰਦੇ ਉਦੋਂ ਵੀ ਜਿਹੜੀ ਇੰਦਰਾ ਦੀ ਪੋਲਿਟਿਕਸ ਸੀ ਜਾਂ ਕਾਂਗਰਸ ਦੀ, ਉਹ ਸਿੱਖਾਂ ਨੂੰ ਅਸਿਮੀਲੇਟ ਕਰਨਾ, ਯਾਨੀ ਸਿੱਖਾਂ ਦੀ ਪਛਾਣ ਨੂੰ ਖਤਮ ਕਰਨਾ, ਉਹਦੇ ਪਿੱਛੇ ਬੈਕਗਰਾਉਂਡ ਧਾਰਾ 25-20 ਦੀ ਪਈ ਹੈ। ਉਹ ਰੌਲੇ ਤਾਂ ਨਾਲ ਪੈਂਦੇ ਰਹੇ ਨੇ, ਉਦੋਂ ਹੀ ਪੈਣ ਲੱਗ ਗਏ ਸੀ ਕਨਸਟੀਟਿਊਸ਼ਨ ਅਸੈਂਬਲੀ ਤੋਂ ਬਾਅਦ, ਜਦੋਂ ਆਜ਼ਾਦੀ ਤੋਂ ਬਾਅਦ ਦੇ ਰੌਲੇ ਸਾਰੇ ਪੈਣੇ ਸ਼ੁਰੂ ਹੋ ਗਏ ਸੀ। ਉਹਨਾਂ ਨੇ ਐਕਚੁਅਲੀ ਜਿਹੜਾ ਆਦਮੀ ਇੱਕ ਕਲਰਡ ਗਲਾਸਿਸ ਲਾ ਲੇ ਨਾ, ਲਾਲ ਵਾਲੇ ਤਾਂ ਲਾਲ ਨਜ਼ਰ ਆਏਗਾ, ਗ੍ਰੀਨ ਆਏ ਤਾਂ ਗ੍ਰੀਨ। ਮੇਰੇ ਕੋਲ ਤਾਂ ਸਿੱਧੇ ਸਾਫ਼ ਸਾਫ਼ ਗਲਾਸਿਸ ਨੇ, ਜਿਹੜਾ ਮੈਨੂੰ ਨਜ਼ਰ ਆਇਆ ਮੈਂ ਲਿਖ ਦਿੱਤਾ। ਹੁਣ ਉਹਨਾਂ ਨੂੰ ਉਹ ਨਜ਼ਰ ਆਉਂਦਾ ਤੇ ਕਿਤਾਬ ਦਾ ਜਵਾਬ ਦੇਣ ਲਿਖ ਕੇ ਗੱਲਾਂ ਬਾਤਾਂ ਕਰਨ ਦਾ ਕੀ ਫਾਇਦਾ ਹੈ ਨਾ। ਜੇ ਉਹਨੂੰ ਉਲਝਣ ਲੱਗ, ਹਰ ਹੱਕ ਹੈ ਪੀਸਫੁਲੀ ਜੋ ਵੀ ਮਰਜ਼ੀ ਕਰੇ, ਕੋਈ ਇਹ ਹੱਕ ਬਣਦਾ ਇੰਡੀਅਨ ਕਨਸਟੀਟਿਊਸ਼ਨ 'ਚ ਐਵਰੀਥਿੰਗ ਕਿ ਪੀਸਫੁਲ ਵੇ ਦੇ ਨਾਲ ਤੁਸੀਂ ਆਪਣੇ ਜੋ ਮਰਜ਼ੀ ਐਕਸਪ੍ਰੈਸ ਕਰੋ ਵੇ ਆਪਣਾ, ਉਹ ਕਰੇ ਜ਼ਰੂਰ ਕਰਨਾ ਚਾਹੀਦਾ। ਮੈਂ ਤਾਂ ਉਹਨਾਂ ਦੇ ਇਸ ਤਰ੍ਹਾਂ ਨਹੀਂ ਕਹਿ ਰਿਹਾ ਕਿ ਨਹੀਂ ਕਰਨਾ, ਕਰੋ ਜ਼ਰੂਰ ਭਾਈ। ਮੈਂ ਜੋ ਲਿਖਣਾ ਸੀ ਲਿਖਤਾ, ਹੁਣ ਉਹ ਲਿਖ ਦੇਣ। ਨਹੀਂ, ਉਹ ਉਲਟੇ ਪਾਸੇ ਕਹਿੰਦੇ ਨੇ ਕਿ ਗਲਾਸ, ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਐਨਕਾਂ ਲਾਈਆਂ ਨੇ, ਉਹ ਤਾਂ ਤੁਹਾਡੇ ਨੈਸ਼ਨਲਿਜ਼ਮ ਦੀ ਅਲਟਰਾ ਨੈਸ਼ਨਲਿਜ਼ਮ ਦੀ ਐਨਕਾਂ ਲੱਗੀਆਂ ਨੇ, ਇੰਡੀਅਨ ਸਟੇਟ ਦੇ ਪਰਸਪੈਕਟਿਵ ਦੀਆਂ ਜੇ ਐਨਕਾਂ। ਮੈਨੂੰ ਆਪਣੇ ਨੈਸ਼ਨਲ ਦੇ ਨਾਲ ਪਿਆਰ ਨਹੀਂ ਹੈ ਤੇ ਮੈਂ ਇੱਕ ਅੱਛਾ ਸਿੱਖ ਨਹੀਂ ਹੋ ਸਕਦਾ। ਜੋ ਆਦਮੀ ਗੱਦਾਰੀ ਕਰੇ ਮੁਲਕ ਨਾਲ ਜਾਂ ਨੈਸ਼ਨ, ਉਹ ਸਿੱਖ ਥੋੜ੍ਹਾ, ਸਿੱਖ ਦਾ ਤਾਂ ਧਰਮ 'ਚ ਹੀ ਨਹੀਂ ਹੈ ਗੱਦਾਰੀ ਕਰਨੀ। ਤਾਂ ਇਹ ਤੁਸੀਂ ਤੁਹਾਨੂੰ ਲੱਗਦਾ ਕਿ ਉਦੋਂ ਇਹ ਹੋਇਆ ਜੀ? ਜਿਹੜਾ ਕੁਛ ਆ ਕਿਤਾਬ 'ਚ ਲਿਖਿਆ ਮੈਨੂੰ ਇਹ ਠੀਕ ਲੱਗਿਆ ਕਿ ਵੀ ਇਹ ਚਾਹੇ ਕੁਛ ਕਹਿ ਦਿਓ, ਨੈਸ਼ਨਲਿਸਟ ਕਹਿ ਦਿਓ, ਚਾਹੇ ਮਤਲਬ ਜੋ ਮਰਜ਼ੀ ਕਹੋ, ਇਹ ਕਿਤਾਬ ਜੋ ਕੁਛ ਲਿਖਿਆ ਮੈਂ ਹਲੇ ਵੀ ਕਹਿੰਦਾ ਮੈਂ ਸੱਚ ਲਿਖਿਆ, ਔਰ ਕੋਈ ਬਾਇਸ ਨਹੀਂ ਸੀ, ਕੋਈ ਕਿਸੇ ਨਾਲ ਗਲਤ, ਜੋ ਗਿਲੇ ਸ਼ਿਵਕੇ ਜੋ ਕੁਛ ਹੋਏ ਇਹਦੇ ਵਿੱਚ ਲਿਖ ਦਿੱਤਾ ਮੈਂ। ਇੱਕ ਤੁਸੀਂ ਕੁਛ ਜ਼ਿਕਰ ਕੀਤਾ ਸੋਰਸ ਦਾ ਜੀ, ਤੁਸੀਂ ਹਰਮਿੰਦਰ ਸੰਧੂ ਦਾ ਵੀ ਜ਼ਿਕਰ ਕਰਦੇ ਹੋ ਕਿ ਹਰਮਿੰਦਰ ਸੰਧੂ ਵੀ ਰॉ ਦੇ ਸੋਰਸ ਸੀਗੇ। ਉਹ ਮਾਰਕ ਟਲੀ ਲਿਖਦਾ ਐਕਚੁਅਲੀ, ਮੇਰੇ ਕੋਲ ਤਾਂ ਕੋਈ ਡਾਇਰੈਕਟ, ਮੈਂ ਉਹ ਡੀਲ ਹੀ ਨਹੀਂ ਕਰਦਾ ਸੀ ਖਾਲਿਸਤਾਨ ਨੂੰ, ਤਾਂ ਮੈਂ ਡੀਲ ਕਰਨਾ ਬੰਦ ਕਰਤਾ। ਮੈਂ ਖਾਲਿਸਤਾਨ ਕਦੇ ਨਹੀਂ ਡੀਲ ਕੀਤਾ ਉਸ ਡੈਸਕ ਦਾ, ਹੈ ਨਾ। ਮੈਂ ਤਾਂ ਟੌਪ ਸੀਕ੍ਰੇਟ ਕਰਦਾ ਰਿਹਾ ਐਨਾਲਿਸਿਸ। ਇੱਕ ਲੋਕਾਂ ਨੂੰ ਕੋਟ ਕੀਤਾ, ਕੁਛ ਲੋਕਾਂ ਨੇ ਮੈਨੂੰ ਦੱਸਿਆ ਕਿ ਵੀ ਫਲਾਂ ਬੰਦਾ ਸੀ ਜਿਹੜਾ 2-3 ਦਿਨ ਤੱਕ ਰਿਹਾ, ਉਹ ਮੈਂ ਲਿਖ ਦਿੱਤਾ, ਨਾਂ ਨਹੀਂ ਦੱਸਿਆ ਉਹਦਾ। ਇੱਕ ਹੋਰ ਬੰਦਾ ਕੋਈ ਜਿਹੜਾ ਸੰਤਾਂ ਦੇ ਉਹ ਕੀ ਕਰ 2-3 ਦਿਨ ਕੀ ਕਰਦਾ ਰਿਹਾ, ਜੋ ਮਰਜ਼ੀ ਉਹਨਾਂ ਨੂੰ ਦੱਸਦਾ ਹੋਣਾ, ਜੋ ਮਰਜ਼ੀ ਕਰਦਾ ਹੋਵੇ, ਐਡਵਾਈਸ ਕਰਦਾ ਹੋਏਗਾ, ਪਰ ਰॉ ਦਾ ਸੋਰਸ ਸੀਗਾ। ਮੈਨੂੰ ਨਹੀਂ ਪਤਾ ਕੌਣ ਸੀ ਕੌਣ ਨਹੀਂ ਸੀ। ਮੈਂ ਲਿਖਿਆ ਜਿੰਨਾ ਕੁ ਲਿਖ ਦਿੱਤਾ ਉਹਨਾਂ ਲਿਖਤਾ, ਹੈ ਨਾ। ਕਿਸੇ ਨੇ ਦੱਸਿਆ ਮੈਂ ਲਿਖਤਾ, ਰॉ ਦਾ ਹੋਵੇ, IB ਦਾ ਹੋਵੇ, ਕਿਸੇ ਦਾ ਹੋਏਗਾ ਸੋਰਸ ਜ਼ਰੂਰ। ਹਰਮਿੰਦਰ ਸੰਧੂ ਮੈਨੂੰ ਨਹੀਂ ਪਤਾ, ਮੈਂ ਜੋ ਕਿਤਾਬ ਲਿਖੀ ਆ ਉਹਦੇ ਮਾਰਕ ਟਲੀ ਨੇ ਲਿਖਿਆ, ਉਹ ਪੜ੍ਹ ਲੈਣ। ਪਰ ਤੁਸੀਂ ਤਾਂ ਕੋਟ ਕੀਤਾ ਨਾ ਆਪਣੀ ਮੈਂ ਉਹ ਕਿਤਾਬ। ਮਾਰਕ ਟਲੀ ਨੂੰ ਲਿਖ ਦਿੱਤਾ, ਮੈਂ ਲਿਖਿਆ ਭਈ ਉਹ ਕਹਿੰਦਾ। ਮੈਂ ਕਹਤਾ ਇਹੋ ਜਿਹੇ ਬੰਦੇ ਹੋਰ ਵੀ ਬਹੁਤ ਹੋਣਗੇ ਔਰ ਉਹਨਾਂ ਨੂੰ ਪਛਾਣਨਾ ਮੁਸ਼ਕਿਲ ਨਹੀਂ ਹੋਏਗਾ, ਇਹ ਵੀ ਲਿਖਿਆ। ਇਹ ਧਰ ਸਾਹਿਬ ਵੀ ਆਪਣੀ ਕਿਤਾਬ 'ਚ ਲਿਖਦੇ ਨੇ ਕਿ ਮੁਲਾਇਮ ਧਰ, ਕ੍ਰਿਸ਼ਨਾ ਧਰ। ਉਹ ਮੁਲਾਇਮ ਧਰ ਮੇਰਾ ਬੈਚਮੇਟ ਹੀ ਸੀਗਾ, ਉਹਨੇ ਲਿਖਿਆ ਨਾ ਓਪਨ ਸੀਕ੍ਰੇਟਸ ਵਗੈਰਾ, ਬਿਟਰ ਹਾਰਵੈਸਟ। ਮਗਰ ਜਿਹੜੀ ਸਿੱਕਿਮ ਦੀ ਕਿਤਾਬ ਹੈ ਉਹ ਬਹੁਤੀ ਅੱਛੀ ਨਹੀਂ ਲਿਖੀ ਉਹਨੇ। ਮੇਰੇ ਕੋਲ ਉਹਨੇ ਚਾਰਜ ਲਿਆ ਨਾ ਸਿੱਕਿਮ ਦਾ, ਜਦੋਂ ਮਰਜ ਕਰ ਦਿੱਤਾ ਫਿਰ IB ਆ ਗਈ। ਸਿੱਕਿਮ ਦੀ ਤਾਂ ਚੋਗਿਆਲ ਨੂੰ ਮੈਂ ਮਿਲਦਾ ਸੀ, ਕਿਉਂਕਿ ਇੰਟੈਲੀਜੈਂਸ ਤਿੱਬਤ ਦੀ ਅਤੇ ਚਾਈਨਾ ਦੀ ਉਹਦੇ ਨਾਲ ਸ਼ੇਅਰ ਕਰਦਾ ਸੀ ਮੈਂ। ਜਿਹੜਾ ਚੋਗਿਆਲ ਨੂੰ ਨਹੀਂ ਪਤਾ ਸੀ, ਉਹ ਸਿਰਫ ਇਹ ਨਹੀਂ ਸੀ ਕਿ ਮੈਂ ਉਹਦੀ ਜੜ੍ਹਾਂ ਕੱਟ ਰਿਹਾ। ਇਹੀ ਗੱਲ ਅਜਮੇਰ ਸਿੰਘ ਨੇ ਕਹੀ ਹੈਗੀ ਕਿ ਦੇਖੋ ਕਿੱਡਾ ਖਤਰਨਾਕ ਬੰਦਾ ਉਹ, ਜਿਹੜਾ ਬੰਦਾ ਕਿਸੇ ਨੂੰ ਬਿਨਾਂ ਪਛਾਣ ਦੱਸਿਆ ਮਿਲ ਰਿਹਾ ਹੈਗਾ। ਤੁਹਾਡੇ ਬਾਰੇ ਇਹ ਕਿਹਾ ਉਹਨਾਂ ਨੇ। ਮਗਰ ਉਹਨਾਂ ਨੂੰ ਇਹ ਤਾਂ ਕਰਨਾ ਚਾਹੀਦਾ ਕਿ ਵੀ ਮੈਂ ਕਿੰਨਾ ਵੱਡਾ ਕੰਮ ਕੀਤਾ ਇੰਡੀਆ ਵਾਸਤੇ। ਅਗਰ ਸਿੱਕਿਮ ਮਰਜ ਨਾ ਹੁੰਦਾ, ਢੋਕਲਮ ਵੇਲੇ ਚਾਈਨੀਜ਼ ਨੇ ਜੈਂਪੇਰੀ ਰਿਜ ਤੱਕ ਆ ਜਾਣਾ ਸੀ, ਨਾਰਥ ਈਸਟ ਜਿਹੜਾ ਚਿਕਨਸ ਨਾਕਾ ਕੱਟ ਦੇਣਾ ਸੀਗਾ। ਇਹ ਚੰਗਾ ਕੀਤਾ ਕਿ ਨਹੀਂ ਮੁਲਕ ਵਾਸਤੇ? ਨਹੀਂ ਤਾਂ 2 ਹਾਥੀਆਂ ਦੀ ਲੜਾਈ 'ਚ ਸਿੱਕਿਮ ਮਾਰਿਆ ਜਾਣਾ ਸੀ, ਉਹ ਕੁਚਲ ਜਾਣਾ ਸੀ ਸਾਰਾ ਕੁਝ। ਔਰ ਉਹ ਰਹਿ ਹੀ ਨਹੀਂ ਸਕਦਾ ਸੀ ਇੰਡੀਪੈਂਡੈਂਟ। ਇੰਨਾ ਛੋਟੀ ਜਿਹੀ ਸਟੇਟ ਹੈ, ਇੱਕ ਸਬ ਡਿਵੀਜ਼ਨ ਤੋਂ ਵੀ ਛੋਟੀ, ਇੱਕ ਪੂਰੀ ਕੋਰ ਹੈੱਡਕੁਆਟਰ 33 ਸਿਲੀਗੁੜੀ, 3 ਡਿਵੀਜ਼ਨ, 30,000 ਆਰਮੀ ਦੇ ਬੰਦੇ ਉਹਨੂੰ ਪ੍ਰੋਟੈਕਟ ਕਰ ਰਹੇ ਨੇ। ਤੇ ਕੋਈ ਛੱਡ ਸਕਦਾ ਕੁਛ ਨਹੀਂ। ਉਹ ਤਾਂ ਸਮ ਕੇ ਖੁਸ਼ ਹੋਣਾ ਚਾਹੀਦਾ ਕਿ ਇੱਕ ਬੰਦੇ ਨੇ ਇੰਡੀਆ, ਪਤਾ ਨਹੀਂ ਲੱਗਣ ਦਾ, ਤੇ 40 ਸਾਲ ਤਾਂ ਪਤਾ ਨਹੀਂ ਸੀ ਕੌਣ ਕਰ ਗਿਆ ਹੈ, ਜਦੋਂ ਤੱਕ ਮੈਂ ਕਿਤਾਬ ਨਹੀਂ ਲਿਖੀ। ਕੋਈ ਵੀ ਕਹਿੰਦੇ ਨੇ ਕਿ ਰॉ ਦਾ ਕੰਮ ਕੀ ਹੈ ਜਾਂ ਏਜੰਸੀਆਂ ਦਾ ਕੰਮ ਕੀ ਹੁੰਦਾ, ਸਾਜ਼ਿਸ਼ਾਂ ਘੜਨੀਆਂ। ਸਾਜ਼ਿਸ਼ਾਂ ਦੇ ਉੱਤੇ ਤੁਹਾਡੀ ਸਾਰੀ ਕਹਾਣੀ ਸਾਜ਼ਿਸ਼ਾਂ ਘੜਨ ਵਾਲੇ ਨੂੰ ਹਰ ਗੱਲ ਸਾਜ਼ਿਸ਼ ਨਜ਼ਰ ਆਉਂਦੀ ਹੈ। ਸਾਜ਼ਿਸ਼ ਨਜ਼ਰ ਆਉਂਦੀ ਹੈ, ਤਾਂ ਕਰਕੇ ਤੁਸੀਂ ਇਹ ਕਹੀ ਜਾਂਦੇ ਹੋ ਕਿ ਇੰਦਰਾ ਗਾਂਧੀ ਤੇ ਸੰਤਾਂ ਦਾ। ਉਹ ਲੋਕ ਕਹਿੰਦੇ ਨੇ ਕਿ ਸਾਜ਼ਿਸ਼ ਘੜਨ ਵਾਲੇ ਨੂੰ ਪਤਾ ਵੀ ਲੱਗ ਜਾਂਦਾ ਕਿ ਸਾਜ਼ਿਸ਼ ਕਿਵੇਂ ਹੁੰਦੀ ਹੈ। ਜਿਹੜਾ ਸਾਜ਼ਿਸ਼ ਘੜੇਗਾ ਨਹੀਂ, ਉਹਨੂੰ ਪਤਾ ਕੀ ਲੱਗੇਗਾ? ਉਹਨੂੰ ਤਾਂ ਸਭ ਸਾਜ਼ਿਸ਼ਾਂ ਘੜਨੀਆਂ, ਦੂਜੇ ਦੀਆਂ ਸਾਜ਼ਿਸ਼ਾਂ ਫੇਲ ਕਰਨੀਆਂ। ਹਾਂ, ਉਹੀ ਹੈ ਨਾ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਸਾਜ਼ਿਸ਼ ਘੜਨ ਦਾ ਕੰਮ ਹੈ,
ਸਾਨੂੰ ਪਤਾ ਹੋਏਗਾ ਕਿ ਸਾਜ਼ਿਸ਼ ਕਿਵੇਂ ਘਟਦੇ ਨੇ, ਉਹ ਉਸੇ ਤਰ੍ਹਾਂ ਸਾਜ਼ਿਸ਼ ਬਣਦੀ ਕਿਵੇਂ ਹੈ, ਉਸ ਤਰ੍ਹਾਂ ਮੈਂ ਲਿਖ ਦਿੱਤਾ। ਉਹਨੂੰ ਮੰਨਣ ਫਿਰ ਇਹ ਸਾਰੇ ਪਾਸੋਂ ਮੈਂ ਥੋੜ੍ਹਾ ਗਲਤ ਕੀਤਾ, ਮੇਰੀ ਕਮੀ ਥੋੜ੍ਹਾ। ਉਹ ਕਿਸੇ ਸੱਚੀ ਚੀਜ਼ ਨੂੰ ਮੰਨ ਵੀ ਲੈਣ ਕਿ ਜੇ ਸਾਜ਼ਿਸ਼ਾਂ ਮੈਂ ਘੜਦਾ, ਇੱਥੇ ਘੜੀ, ਇੱਥੇ ਤਾਂ ਮੈਨੂੰ ਪਤਾ ਵੀ ਸੀ ਆਹ ਸਾਜ਼ਿਸ਼ ਹੋ ਰਹੀ ਹੈ। ਉੱਥੋਂ ਤਾਂ ਇੱਕ ਚੀਜ਼ ਤੋਂ ਪਤਾ ਲੱਗ ਜਾਂਦਾ ਕਿ ਇਹਦਾ ਮਤਲਬ ਕੀ ਹੋ ਸਕਦਾ। 2-3 ਚੀਜ਼ਾਂ ਤਾਂ ਬਹੁਤ ਹੁੰਦੀਆਂ ਨੇ। ਉਹਨੇ ਕੰਮ ਕਰਨ ਤੋਂ ਬਾਅਦ ਸਾਜ਼ਿਸ਼ ਨੂੰ ਪਹਿਚਾਨਣਾ ਬਹੁਤ ਆਸਾਨ ਹੈ। ਇਹ ਤੁਹਾਨੂੰ ਤੁਸੀਂ ਸੰਤਾਂ ਨੂੰ ਪਰਸਨਲੀ ਮਿਲੇ ਹੋ ਕਦੇ? ਨਾ, ਕਦੇ ਨਹੀਂ ਮਿਲਿਆ। ਮੈਂ ਤਾਂ ਉੱਥੇ ਉਦੈ ਸਿੰਘ ਸਟਵਾਰੀ ਨੂੰ ਡਰਦਾ ਮਾਰੇ ਨਹੀਂ ਮਿਲਿਆ। ਉਹ ਕਹਿੰਦੇ ਦਾੜੀ ਕੱਟਣ ਵਾਲੇ ਨੂੰ ਡਾਂਟਦੇ ਸੀਗੇ ਤੇ ਦਾੜੀ ਮੈਂ ਟ੍ਰਿਮ ਕਰ। ਉਹ ਕਹਿੰਦੇ ਜੇ ਤੁਸੀਂ ਮਿਲੇ ਹੁੰਦੇ ਸੰਤਾਂ ਨੂੰ, ਜਮੇਰ ਸਿੰਘ ਕਹਿੰਦੇ ਤੁਸੀਂ ਜਿਨ੍ਹਾਂ ਨੂੰ ਕਹਿੰਦੇ ਹੋ, ਕੋਈ ਜਨਾਬ ਕਹਿੰਦਾ ਸੀ ਉਹਨਾਂ ਨੂੰ, ਕੋਈ ਸਰ ਕਹਿੰਦਾ ਸੀ ਉਹਨਾਂ ਨੂੰ, ਤੇ ਤੁਸੀਂ ਉਹਨਾਂ ਦੇ ਆਵਾ ਮੰਡਲ ਤੋਂ ਇੰਨਾ ਪ੍ਰਭਾਵਿਤ ਹੋਣਾ ਸੀ ਕਿ ਤੁਸੀਂ ਵੀ ਉਹਨਾਂ ਨੂੰ ਤਾਰੀਫ ਵਾਹਵਾ ਕਰਨੀ ਸੀ, ਹੈ ਨਾ, ਵਾਹਵਾ ਕਰਨੀ ਸੀ, ਜਾਂ ਤੁਸੀਂ ਉਹਨਾਂ ਨੂੰ ਰਿਸਪੈਕਟ ਨਾਲ ਬੁਲਾਉਣਾ ਸੀ। ਇਹੀ ਉਹ ਕਹਿੰਦੇ ਨੇ ਕਿ ਭਾਈ ਮੰਨ ਲਓ ਜਥੇਦਾਰ ਸੰਤੋਖ ਸਿੰਘ ਨਾਲ ਉਹਨਾਂ ਦਾ ਰਿਸ਼ਤਾ, ਇਹ 'ਚ ਵੀ ਉਹ ਸਾਜ਼ਿਸ਼ਾਂ ਦੇਖੀ ਜਾਂਦੇ ਨੇ। ਕਹਿੰਦੇ ਜਿਹੜੇ ਬੰਦੇ ਉਹਨਾਂ ਦੇ ਉਹ ਸੰਤ ਰਹੇ ਨੇ ਐਡੇ ਵੱਡੇ, ਉਹ ਇੱਕ ਉਦਾਹਰਨ ਦਿੰਦੇ ਨੇਗੇ ਉਹ ਮਹਾਰਾਜਾ ਰਣਜੀਤ ਸਿੰਘ ਵਾਲੇ ਦੌਰ ਦੀ, ਕਿ ਜਦੋਂ ਜੇਲ੍ਹ 'ਚ ਜਾਂਦੇ ਨੇਗੇ ਤਾਂ ਆ ਕੇ ਉਹਨਾਂ ਦੇ ਆ ਕੇ ਸਾਰੇ ਉਹਨਾਂ ਦੀ ਸ਼ਰਨ 'ਚ ਬਹਿ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਗ੍ਰਿਫਤਾਰ ਕਰਨ ਵਾਲੇ ਨੂੰ ਕੌਣ ਆ। ਉਹ ਕਹਿੰਦੇ ਸੰਤਾਂ ਨੂੰ ਸਾਰੇ ਉਹ ਮੰਨਦੇ ਸੀਗੇ, ਕਿਉਂਕਿ ਤੁਸੀਂ ਉਹ ਗੱਲ ਨੂੰ ਜਾਣਦੇ ਨਹੀਂ, ਇਸ ਕਰਕੇ ਤੁਹਾਡੇ ਮਨ 'ਚ ਇੰਨਾ ਪ੍ਰੈਜੂਡਿਸ ਭਰਿਆ ਹੋਇਆ, ਤੁਹਾਡੇ ਮਨ 'ਚ ਤੁਸੀਂ ਕੁੱਟ ਕੇ ਉਹਨਾਂ ਦੇ ਖਿਲਾਫ। ਬਾਰ-ਬਾਰ ਆਪਾਂ ਉੱਥੇ ਆ ਜਾਂਦੇ, ਜਿਹੜਾ ਮੈਂ ਠੀਕ ਸਮਝਦਾ ਲਿਖਤਾ, ਉਹ ਜੋ ਠੀਕ ਸਮਝਦਾ ਲਿਖਦੇ ਨਾ, ਹੈ ਨਾ। ਦੂਸਰੀ ਚੀਜ਼, ਕਿਤਾਬ ਮੈਨੂੰ ਇੰਨੀ ਵੱਡੀ ਕਿਤਾਬ ਨਹੀਂ ਬਣਾਉਣੀ ਕਿ ਪੜ੍ਹਨਾ ਹੀ ਬੰਦ ਕਰ ਦੇਣ ਲੋਕਾਂ ਨੂੰ। ਇੱਕ ਕੰਪੈਕਟ ਚੀਜ਼ ਲਿਖੋ ਤਾਂ ਕਿ ਲੋਕ ਪੜ੍ਹ ਕੇ ਸਮਝ ਆ ਜਾਏ। ਉਹਨੂੰ ਘਟਾ ਤੋਂ ਘਟਾ ਲਿਖ। ਛੋਟੀ ਚੀਜ਼ ਲਿਖਣੀ ਬੜੀ ਮੁਸ਼ਕਿਲ ਹੁੰਦੀ ਹੈ, ਪੰਨੇ ਭਰਨੇ ਬਹੁਤ ਆਸਾਨ ਹੁੰਦੇ ਨੇ। 50 ਪੰਨਿਆਂ 'ਚ ਤੁਸੀਂ ਉਹ ਗੱਲ ਕਰੋਗੇ, ਪੜ੍ਹੇਗਾ ਹੀ ਨਹੀਂ ਕੋਈ, ਕਿਸੇ ਸਮਝ ਨਹੀਂ ਆਉਣੀ ਸੀ। ਇੱਕ ਚੀਜ਼ ਨੂੰ ਵੱਡਾ ਕਰੀ ਜਾਵਾਂ। ਤੁਸੀਂ ਸਰਦਾਰ ਜਮੇਰ ਸਿੰਘ ਦੀਆਂ ਕਿਤਾਬਾਂ ਪੜ੍ਹੀਆਂ ਨੇ? ਮੇਰੇ ਕੋਲ ਟਾਈਮ ਹੀ ਬਾਕੀ ਉਹ ਮੇਰਾ ਇੰਟਰਸਟ ਇੰਟਰਨੈਸ਼ਨਲ ਲੈਵਲ 'ਤੇ ਜ਼ਿਆਦਾ ਹੈ ਹਲੇ ਵੀ। ਹੁਣ ਮੈਂ ਪਹਿਲਾਂ ਕਦੇ ਟ੍ਰਿਬਿਊਨ ਨਹੀਂ ਲੈਂਦਾ ਸੀ, ਪਿਛਲੇ 2-3 ਮਹੀਨਿਆਂ ਦਾ ਟ੍ਰਿਬਿਊਨ ਲੈਣ ਲੱਗ ਗਿਆ ਕਿ ਪੰਜਾਬ ਦੀਆਂ ਖਬਰਾਂ। ਕੋਈ ਕਿਤਾਬ ਜਦੋਂ ਹੋ ਗਈ ਮੈਂ ਦੇਖੀ ਪੰਜਾਬ 'ਚ ਹੋ ਕੀ ਰਿਹਾ। ਮੈਨੂੰ ਤਾਂ ਪੁਰਾਣੇ ਜ਼ਮਾਨੇ 'ਚ ਪੜ੍ਹਦਾ ਹੁੰਦਾ ਸੀ ਕੋਈ ਟ੍ਰਿਬਿਊਨ, ਫਿਰ ਵਿੱਚ ਛੱਡ ਦਿੱਤਾ। ਫਿਰ ਆਹੀ ਦੂਸਰੇ ਇੰਟਰਨੈਸ਼ਨਲ ਲੈਵਲ ਦੀਆਂ ਖਬਰਾਂ ਪਤਾ ਹੁੰਦਾ। ਸਾਰੀ ਉਮਰ ਉਹੀ ਕੀਤਾ ਹੋਇਆ, ਉਹਦੇ 'ਚ ਇੰਟਰਸਟ ਹੁੰਦਾ। ਧੰਨਵਾਦ ਸਰ, ਸਾਡੇ ਨਾਲ ਚੰਗਾ, ਵੀ ਬਹੁਤ ਖੁਸ਼ੀ ਹੋਈ, ਬਹੁਤ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ। ਤਾਂ ਇਹ ਸਨ GPS ਸਿੱਧੂ, ਜਿਨ੍ਹਾਂ ਨੇ ਕਿਤਾਬ ਲਿਖੀ ਦਾ ਖਾਲਿਸਤਾਨ ਕੌਂਸਪੀਰੇਸੀ, ਔਰ ਉਹ ਕਹਿ ਰਹੇ ਨੇ ਉਹਨਾਂ ਦੇ ਕੋਲੇ ਬਹੁਤ ਸਾਰੀ ਪ੍ਰਾਇਮਰੀ ਇਨਫੋਰਮੇਸ਼ਨ ਸੀ, ਜਿਹਦੇ ਆਧਾਰ 'ਤੇ ਉਹਨਾਂ ਨੇ ਸੈਕੰਡਰੀ ਸੋਰਸਾਂ ਨੂੰ ਕੋਟ ਕਰਕੇ ਇਹ ਕਿਤਾਬ ਲਿਖੀ ਹੈ।